बहुत ही प्यारे विद्यार्थियों, मैं जतिंदरपाल सिंह ਲੈਕਚਰਰ ਪੰਜਾਬੀ ਬਾਬਾ ਬਚਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਲੀਆ ਖੁਰਦ। ਅੱਜ ਆਪਾਂ ਅਲੰਕਾਰ ਬਾਰੇ ਗੱਲਬਾਤ ਕਰਾਂਗੇ, ਜਿਹੜਾ ਕਿ ਤੁਹਾਡੀ 12ਵੀਂ ਜਮਾਤ ਦੀ ਪੰਜਾਬੀ ਇਲੈਕਟਿਵ ਵਿਸ਼ੇ ਦੀ ਪਾਠ ਪੁਸਤਕ ਸਾਹਿਤ ਬੋਧ ਵਿੱਚ ਅਧਿਆਏ 3 ਦੇ ਅਧੀਨ ਦਰਜ ਹੈ। अलंकार एक बहुत ही सौखा जिहा संकल्प है, जिस नूं आपां उन्ने ही सौखे तरीके नाल समझांगे। इसलिए सारे विद्यार्थी इस लैक्चर नूं पूरा एंड तक जरूर देखण, तां जो अलंकार दे संकल्प बारे चंगी तरह जाणिया जा सके। सब तो पहला आपां अलंकार दा अर्थ अते परिभाषा बारे गल करांगे, जिस विच आपां अलंकार दा संकल्प समझण तो बाद वख-वख अलंकारां बारे, अलंकारां दीयां किस्मां बारे अते उन्हां दीयां उदाहरणां बारे समझांगे, जिस नाल अपना अलंकार दा संकल्प वो चंगी तरह अपनी पकड़ विच आ जाएगा। बहुत सारे विद्यार्थियों ने अलंकार शब्द सुनिया होवेगा, परंतु अलंकार दे अर्थां बारे उन्हां नूं कुछ पता नहीं होवेगा। इसलिए आपां सब तो पहला अलंकार शब्द के अर्थां बारे ही गल करांगे। जदों असी अलंकार की गल करते हाँ तां अलंकार शब्द दो शब्दों का सुमेल है, अलां प्लस कार। अलां का शाब्दिक अर्थ है गहना अते कार का अर्थ है करना। जदों असी इन्हां दोनों शब्दों नूं जोड़ते हाँ अते इसका अर्थ करते हाँ तां सानू पता लगता है कि गहना अते करना तो मिल के बनता है श्रृंगार करना जां सजावट करना। हुण साडे मन विच एक सवाल पैदा हुंदा है कि श्रृंगार किसदा करना है जां सजावट किसदी करनी है। प्यारे विद्यार्थियों, आपां ਸਾਹਿਤ ਦੀ ਗੱਲ कर रहे हैं ਤਾਂ ਸਾਹਿਤ ਦੇ ਵੱਖ-ਵੱਖ ਰੂਪ ਨੇ। ਉਹਨਾਂ ਰੂਪਾਂ ਦੇ ਵਿੱਚੋਂ ਸਭ ਤੋਂ ਜਿਹੜਾ ਮਹੱਤਵਪੂਰਨ ਤੇ ਸਭ ਤੋਂ ਲੋਕਪ੍ਰਿय ਰੂਪ ਆ ਉਹ ਕਵਿਤਾ ਹੈ। ਤਾਂ ਇੱਥੇ ਅਲੰਕਾਰ ਦਾ ਸੰਬੰਧ ਕਵਿਤਾ ਨਾਲ ਜੁੜਿਆ ਹੋਇਆ ਹੈ, ਕਿਉਂਕਿ ਕਵੀ ਕਵਿਤਾ ਨੂੰ ਸ਼ਿੰਗਾਰਦਾ ਹੈ, कविता की सजावट करता है। कवि द्वारा कविता नूं शंगारना, कविता की सजावट करना ही अलंकार है। कहने का भाव कि अलंकार आ जिहड़े वो कविता के गहने आ। हुण इस तो बाद फिर तुहाडे मन विच एक सवाल पैदा होवेगा कि कवि कविता नूं किवें शंगारदा है, कवि कविता की सजावट किवें करदा है। प्यारे बच्चों, जिवें आदमी अपने शरीर नूं सोहणा ते प्रभावशाली बनाउण लई कई तरह के गहने पहनदा है अते अपने आप नूं सजाउंदा है, उस तरह ही कवि भी अपनियां कवितावां नूं वधेरे सुहजमई ते प्रभावजनक बनाउण लई कई तरह दीयां सजावटी जुगतां वरतदा है। कवि ते ਸਾਹਿਤਕਾਰ ਦੀਆਂ इन्हां सोहज आत्मिक जुगतां नूं ही आम तौर उत्ते अलंकार कहा जाता है। हुण जदों असीं ये पढ़दे हां तां इस विचों एक गल जिहड़ी सब तो महत्वपूर्ण आ उभर के सामने आउंदी आ कि सजावटी जुगतां। हुण कवि इन्हां सजावटी जुगतां दे राही ही अलंकारां दी सिरजना करदा है अते अपनी कविता नूं सजाउंदा है। कवि द्वारा इन्हां जुगतां की वरतों करके
ਕਵਿਤਾ ਦੇ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਇੱਕ ਚਮਤਕਾਰੀ ਸੁਹਜ ਪੈਦਾ ਕੀਤਾ ਜਾਂਦਾ ਹੈ, ਜਿਸ ਨੂੰ ਪੜ੍ਹ ਕੇ ਸੁਣ ਕੇ ਪਾਠਕ ਉਸ ਵੱਲ ਖਿੱਚਿਆ ਜਾਂਦਾ ਹੈ ਅਤੇ ਪਾਠਕ ਨੂੰ ਉਹ ਪ੍ਰਭਾਵਿਤ ਕਰਦਾ ਹੈ। ਤਾਂ ਅਸੀਂ ਸਾਰੇ ਹੀ ਉਸ ਸੁਹਜ ਨੂੰ, ਉਸ ਚਮਤਕਾਰ ਨੂੰ ਸੁਣ ਤੇ ਪੜ੍ਹਨ ਤੋਂ ਬਾਅਦ ਹੀ ਕਿਸੇ ਕਵਿਤਾ ਬਾਰੇ ਕਹਿੰਦੇ ਹਾਂ ਕਿ ਕਵਿਤਾ ਬਹੁਤ ਸੋਹਣੀ ਹੈ ਜਾਂ ਸਾਨੂੰ ਕਵਿਤਾ ਨੇ ਬਹੁਤ ਹੀ ਪ੍ਰਭਾਵਿਤ ਕੀਤਾ। ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਤੁਸੀਂ ਸੋਚਦੇ ਹੋਵੋਗੇ ਕਿ ਕਵੀ ਸਜਾਵਟ ਕਿਵੇਂ ਕਰਦਾ ਹੈ, ਕਵੀ ਆਪਣੀ ਕਵਿਤਾ ਨੂੰ ਕਿਸ ਚੀਜ਼ ਦੇ ਰਾਹੀਂ, ਕਿਸ ਵਸਤ ਦੇ ਰਾਹੀਂ ਸਜਾਉਂਦਾ ਹੈ। ਵਿਦਿਆਰਥੀਓ, ਕਵੀ ਆਪਣੀਆਂ ਕਾਵਿ ਕਿਰਤਾਂ ਵਿੱਚ ਅੱਖਰਾਂ, ਵਰਨਾਂ, ਸ਼ਬਦਾਂ, ਵਾਕਾਂ ਤੇ ਮੁਹਾਵਰਿਆਂ ਨੂੰ ਇਸ ਤਰ੍ਹਾਂ ਬੀੜਦਾ ਤੇ ਜੋੜਦਾ ਹੈ ਕਿ ਉਹਨਾਂ ਦੇ ਜੋੜ ਸੰਯੋਗ ਤੋਂ ਨਿਵੇਕਲਾ ਚਮਤਕਾਰੀ ਸੁਹਜ ਉੱਭਰਦਾ ਹੈ। ਇਹ ਚਮਤਕਾਰੀ ਸੋਝ ਹੀ ਅਲੰਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਆਪਾਂ ਇਸ ਨੂੰ ਥੋੜ੍ਹੇ ਸੌਖੇ ਤਰੀਕੇ ਵਿੱਚ ਗੱਲ ਕਰ ਲਈਏ ਤਾਂ ਇਸ ਦਾ ਭਾਵ ਹੈ ਕਿ ਕਵੀ ਆਪਦੀ ਕਵਿਤਾ ਦੇ ਵਿੱਚ ਵੱਖ-ਵੱਖ ਅੱਖਰਾਂ ਦੇ ਰਾਹੀਂ, ਵਰਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ, ਵਾਕਾਂ ਜਾਂ ਮੁਹਾਵਰਿਆਂ ਦੇ ਰਾਹੀਂ, ਉਹਨਾਂ ਦੇ ਪ੍ਰਯੋਗ ਦੇ ਰਾਹੀਂ ਇੱਕ ਕਵਿਤਾ ਦੇ ਵਿੱਚ ਜਦੋਂ ਕਵਿਤਾ ਦੀ ਸਿਰਜਣਾ ਕਰਦਾ, ਜਦੋਂ ਕਵਿਤਾ ਨੂੰ ਉਹ ਰਚਦਾ ਹੈ ਤਾਂ ਉਹ ਇਹਨਾਂ ਦਾ ਪ੍ਰਯੋਗ ਕਰਕੇ ਆਪਣੀ ਕਵਿਤਾ ਦਾ ਹਾਰ ਸ਼ਿੰਗਾਰ ਕਰਦਾ, ਆਪਣੀ ਕਵਿਤਾ ਨੂੰ ਸਜਾਉਂਦਾ ਹੈ, ਆਪਣੀ ਕਵਿਤਾ ਨੂੰ ਸੋਹਣਾ ਬਣਾਉਂਦਾ ਹੈ। ਤਾਂ ਉਹ ਜਿਹੜੀਆਂ ਇਹ ਵਿਧੀਆਂ ਨੇ, ਆਪਾਂ ਉੱਪਰ ਗੱਲ ਕੀਤੀ ਸੀ ਕਿ ਜਿਵੇਂ ਸਜਾਵਟੀ ਜੁਗਤਾਂ, ਇਹ ਜਿਹੜੀਆਂ ਸਜਾਵਟੀ ਜੁਗਤਾਂ ਨੇ ਕਵੀ ਉਹ ਇਹਨਾਂ ਦੇ ਰਾਹੀਂ ਪੈਦਾ ਕਰਦਾ, ਇਹਨਾਂ ਦੇ ਰਾਹੀਂ ਹੀ ਉਹ ਵਰਤਦਾ ਹੈ। ਤਾਂ ਇਹਨਾਂ ਸਜਾਵਟੀ ਜੁਗਤਾਂ ਨੂੰ ਵਰਤਦਾ ਹੋਇਆ ਕਵੀ ਆਪਣੀ ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਤਾਂ ਉਸ ਦੁਆਰਾ ਕਵਿਤਾ ਦੇ ਵਿੱਚ ਇੱਕ ਅਜਿਹਾ ਚਮਤਕਾਰੀ ਸੁਹਜ ਪੈਦਾ ਹੁੰਦਾ ਜਿਸ ਨੂੰ ਅਸੀਂ ਅਲੰਕਾਰ ਕਹਿੰਦੇ ਹਾਂ। ਪਿਆਰੇ ਬੱਚਿਓ, ਜਿਸ ਤਰ੍ਹਾਂ ਆਪਾਂ ਉੱਪਰ ਗੱਲ ਕੀਤੀ ਹੈ ਕਿ ਅਲੰਕਾਰ ਕਵਿਤਾ ਦੇ ਗਹਿਣੇ ਹਨ, ਤਾਂ ਜਿਵੇਂ ਆਦਮੀ ਗਹਿਣਿਆਂ ਦੇ ਰਾਹੀਂ ਆਪਣੀ ਸਾਜ ਸਜਾਵਟ ਕਰਦਾ, ਜਿਵੇਂ ਔਰਤਾਂ ਨੇ ਉਹ ਕੰਨ ਦੇ ਵਿੱਚ ਆਪਣੇ ਵਿੱਚ ਵੱਖ-ਵੱਖ ਤਰ੍ਹਾਂ ਦੇ ਗਹਿਣੇ ਪਾਉਂਦੀਆਂ ਨੇ, ਗਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਗਹਿਣੇ ਪਾਉਂਦੀਆਂ ਨੇ, ਵੱਖ-ਵੱਖ ਸਰੀਰਕ ਅੰਗਾਂ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਡੇ ਗਹਿਣੇ ਨੇ ਉਹ ਉਹਨਾਂ ਦੀ ਸਰੀਰਕ ਸੁੰਦਰਤਾ ਵਿੱਚ ਵਾਧਾ ਕਰਦੇ ਆ। ਕਵੀ ਕਿਹੜੇ ਗਹਿਣੇ ਵਰਤਦਾ ਆਪਣੀ ਕਵਿਤਾ ਨੂੰ ਸੋਹਣਾ ਬਣਾਉਣ ਦੇ ਲਈ? ਉਹ ਵੱਖ-ਵੱਖ ਤਰ੍ਹਾਂ ਦੇ ਅੱਖਰਾਂ, ਵਰਨਾਂ, ਸ਼ਬਦਾਂ ਅਤੇ ਵਾਕਾਂ ਜਾਂ ਮੁਹਾਵਰਿਆਂ ਦੀ ਵਰਤੋਂ ਕਰਦਾ। ਕਵੀ ਦੇ ਗਹਿਣੇ ਕਿਹੜੇ ਆ? ਉਹ ਇਹ ਨੇ, ਕਵੀ ਦੇ ਗਹਿਣੇ ਅੱਖਰ ਨੇ, ਵਰਨ ਨੇ, ਸ਼ਬਦ ਨੇ। ਤਾਂ ਇਹਨਾਂ ਦੇ ਰਾਹੀਂ ਉਹ ਕਵਿਤਾ ਨੂੰ ਸੋਹਣਾ ਬਣਾਉਂਦਾ। ਇਹ ਗੱਲ ਸਮਝਣ ਦੀ ਲੋੜ ਹੈ। ਅਲੰਕਾਰ ਕੀ ਆ ਕਿ ਕਵੀ ਦੁਆਰਾ ਆਪਣੀ ਕਵਿਤਾ ਨੂੰ ਸੋਹਣਾ ਬਣਾਉਣ ਦੇ ਲਈ, ਪ੍ਰਭਾਵਸ਼ਾਲੀ ਬਣਾਉਣ ਦੇ ਲਈ ਵੱਖ-ਵੱਖ ਵਿਧੀਆਂ ਦੁਆਰਾ, ਵੱਖ-ਵੱਖ ਜੁਗਤਾਂ ਦਾ ਇੱਕ ਪ੍ਰਯੋਗ ਹੈ। ਉਹਨਾਂ ਜੁਗਤਾਂ ਦੇ ਪ੍ਰਯੋਗ ਰਾਹੀਂ ਕਵੀ ਕਵਿਤਾ ਵਿੱਚ ਇੱਕ ਸੋਝ, ਇੱਕ ਚਮਤਕਾਰ ਪੈਦਾ ਕਰਦਾ। ਤਾਂ ਉਸ ਚਮਤਕਾਰ ਨੂੰ ਹੀ ਅਲੰਕਾਰ ਕਹਿ ਲਿਆ ਜਾਂਦਾ। ਹੁਣ ਕਵੀ ਕੀ ਕਰਦਾ ਕਿ ਕਈ ਵਾਰ ਕਵੀ ਸ਼ਬਦਾਂ ਦੇ ਰਾਹੀਂ ਇਹ ਚਮਤਕਾਰ ਪੈਦਾ ਕਰਦਾ, ਕਈ ਵਾਰ ਕਵੀ ਕੀ ਕਰਦਾ ਅਰਥਾਂ ਦੇ ਰਾਹੀਂ ਇਹ ਚਮਤਕਾਰ ਪੈਦਾ ਕਰਦਾ। ਜਦੋਂ ਕਵੀ ਅਰਥਾਂ ਦੇ ਪੱਧਰ ਉੱਤੇ ਬੜੀ ਅਨੋਖੀ ਗੱਲ ਕਰਦਾ ਹੈ ਤਾਂ ਉਸ ਦੇ ਅਰਥ ਵੀ ਜਿਹੜੇ ਆ ਚਮਤਕਾਰੀ ਸੋਝ ਪੈਦਾ ਕਰ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ, ਸਮਝ ਕੇ ਪਾਠਕ ਅਤੇ ਸਰੋਤੇ ਝੂਮ ਉੱਠਦੇ ਹਨ ਅਤੇ ਵਾਹ-ਵਾਹ ਕਰਨ ਲੱਗ ਪੈਂਦੇ ਹਨ। ਅਜਿਹੀਆਂ ਸਾਰੀਆਂ ਕਲਾ ਜੁਗਤਾਂ ਅਤੇ ਸੋਝ ਵਿਧੀਆਂ ਨੂੰ ਵਿਦਵਾਨਾਂ ਨੇ ਅਲੰਕਾਰ ਦਾ ਨਾਮ ਦਿੱਤਾ ਹੈ। ਕਵੀ ਆਪਣੀਆਂ ਕਵਿਤਾਵਾਂ ਵਿੱਚ ਧੁਨੀਆਂ, ਸ਼ਬਦਾਂ, ਵਾਕਾਂ, ਮੁਹਾਵਰਿਆਂ ਅਤੇ ਸ਼ਬਦ ਅਰਥਾਂ ਦੀ ਵਿਲੱਖਣ ਵਰਤੋਂ ਕਰਕੇ ਕਈ ਤਰ੍ਹਾਂ ਦੇ ਅਲੰਕਾਰ ਪੈਦਾ ਕਰਦਾ ਹੈ। ਪਿਆਰੇ ਬੱਚਿਓ, ਆਪਾਂ ਅਲੰਕਾਰ ਦਾ ਅਰਥ ਅਤੇ ਪਰਿਭਾਸ਼ਾ
ਸਮਝਣ ਦੀ ਕੋਸ਼ਿਸ਼ ਕੀਤੀ ਆ ਤਾਂ ਆਪਾਂ ਸਾਰੀ ਗੱਲਬਾਤ ਦਾ ਜੇਕਰ ਆਪਾਂ ਸਿੱਟਾ ਕੱਢੀਏ, ਇਸ ਦਾ ਨਿਚੋੜ ਕੱਢੀਏ ਕਿ ਅਲੰਕਾਰ ਹੈ ਕੀ, ਤਾਂ ਪ੍ਰਮੁੱਖ ਰੂਪ ਵਿੱਚ ਅਲੰਕਾਰ ਕਵਿਤਾ ਨੂੰ ਸਜਾਉਣ ਵਾਲੇ, ਕਵਿਤਾ ਦਾ ਸ਼ਿੰਗਾਰ ਕਰਨ ਵਾਲੇ ਗਹਿਣੇ ਹਨ। ਜਦੋਂ ਆਪਾਂ ਗਹਿਣਿਆਂ ਦੀ ਗੱਲ ਕਰਦੇ ਹਾਂ ਤਾਂ ਕਵਿਤਾ ਦੇ ਵਿੱਚ ਕਿਹੜੇ ਗਹਿਣੇ ਪ੍ਰਯੋਗ ਕੀਤੇ ਜਾਂਦੇ ਆ? ਉਹ ਕਵੀ ਦੁਆਰਾ ਵਰਤੇ ਜਾਂਦੇ ਵੱਖ-ਵੱਖ ਅੱਖਰ, ਵਰਨ, ਸ਼ਬਦ, ਵਾਕ, ਮੁਹਾਵਰੇ, ਧੁਨੀਆਂ ਜਾਂ ਅਰਥਾਂ ਦੇ ਪੱਧਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਸ਼ਬਦ ਅਰਥ, ਜਿਨ੍ਹਾਂ ਦੀ ਕਵੀ ਵਿਲੱਖਣ ਤਰ੍ਹਾਂ ਦੀ ਵਰਤੋਂ ਕਰਕੇ ਕਵਿਤਾ ਦੇ ਵਿੱਚ ਸੋਝ ਸ਼ਿੰਗਾਰ ਪੈਦਾ ਕਰਦਾ। ਤਾਂ ਉਸ ਨਾਲ ਕੀ ਹੁੰਦਾ ਕਿ ਕਵਿਤਾ ਵਧੇਰੇ ਸੋਹਣੀ, ਕਵਿਤਾ ਵਧੇਰੇ ਪ੍ਰਭਾਵਸ਼ਾਲੀ ਪ੍ਰਤੀਤ ਹੁੰਦੀ ਆ। ਤਾਂ ਉਸ ਦਾ ਪਾਠਕ ਦੇ ਉੱਤੇ, ਸਰੋਤੇ ਦੇ ਉੱਤੇ ਇੱਕ ਅਜਿਹਾ ਪ੍ਰਭਾਵ ਪੈਂਦਾ ਜਿਸ ਨਾਲ ਪਾਠਕ ਜਾਂ ਸਰੋਤਾ, ਉਹਨੂੰ ਕਵਿਤਾ ਨੂੰ ਪੜ੍ਹਨ ਵਾਲਾ, ਕਵਿਤਾ ਨੂੰ ਸੁਣਨ ਵਾਲਾ ਉਸ ਪ੍ਰਤੀ ਖਿੱਚਿਆ ਜਾਂਦਾ ਅਤੇ ਉਸ ਨੂੰ ਉਹ ਕਵਿਤਾ ਸੋਹਣੀ ਲੱਗਦੀ ਆ। ਇਹੀ ਕਵਿਤਾ ਦੇ ਵਿੱਚ ਅਲੰਕਾਰ ਦਾ ਪ੍ਰਯੋਗ ਦਾ ਸੰਬੰਧ ਹੈ ਜਾਂ ਅਲੰਕਾਰ ਦੀ ਵਰਤੋਂ ਦਾ ਮਹੱਤਵ ਹੈ। ਤਾਂ ਅਲੰਕਾਰ ਕਵਿਤਾ ਦੇ ਵਿੱਚ ਕਿਉਂ ਪ੍ਰਯੋਗ ਕੀਤੇ ਜਾਂਦੇ ਆ ਜਾਂ ਅਲੰਕਾਰਾਂ ਦੀ ਕਵਿਤਾ ਦੇ ਵਿੱਚ ਕੀ ਮਹੱਤਤਾ ਹੈ, ਹੁਣ ਆਪਾਂ ਇਸ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਲੰਕਾਰ ਕੀ ਆ ਕਿ ਕਾਵਿ ਦੀ ਸੋਝ ਅਤੇ ਸ਼ੋਭਾ ਵਧਾਉਂਦੇ ਹਨ। ਕਹਿਣ ਦਾ ਭਾਵ ਆ ਕਿ ਕਵਿਤਾ ਦੇ ਵਿੱਚ ਅਜਿਹਾ ਸੋਝ ਪੈਦਾ ਕਰਦੇ ਆ, ਅਜਿਹੀ ਉਸ ਵਿੱਚ ਸ਼ੋਭਾ ਵਿੱਚ ਵਾਧਾ ਕਰਦੇ ਆ ਜਿਸ ਨੂੰ ਪੜ੍ਹ ਕੇ, ਸੁਣ ਕੇ ਪਾਠਕ ਜਾਂ ਸਰੋਤਾ ਉਹ ਉਸ ਵੱਲ ਖਿੱਚਿਆ ਜਾਂਦਾ ਅਤੇ ਕਵਿਤਾ ਦੇ ਸੁਹਜਾਤਮਿਕ ਪੱਖਾਂ ਦੇ ਵਿੱਚ ਇੱਕ ਵਾਧਾ ਕਰਦੇ ਆ। ਦੂਸਰਾ ਜੀ, ਅਲੰਕਾਰ ਕਾਵਿ ਨੂੰ ਚਮਤਕਾਰੀ ਅਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। ਆਪਾਂ ਗੱਲ ਕਰ ਚੁੱਕੇ ਹਾਂ ਕਿ ਕਵੀ ਅਲੰਕਾਰਾਂ ਦੇ ਰਾਹੀਂ ਕਵਿਤਾ ਦੇ ਵਿੱਚ ਇੱਕ ਅਜਿਹਾ ਚਮਤਕਾਰ ਪੈਦਾ ਕਰਦਾ, ਇੱਕ ਅਜਿਹਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰਦਾ ਜਿਹੜਾ ਪਾਠਕਾਂ ਨੂੰ ਆਪਣੇ ਵੱਲ ਖਿੱਚਦਾ। ਅਲੰਕਾਰ ਅਰਥਾਂ ਵਿੱਚ ਸਪਸ਼ਟਤਾ ਪੈਦਾ ਕਰਦੇ ਹਨ। ਹੁਣ ਕੀ ਆ ਕਿ ਕਈ ਵਾਰ ਅਰਥਾਂ ਦੇ ਵਿੱਚ ਕੀ ਹੁੰਦਾ, ਕੋਈ ਸਪਸ਼ਟਤਾ ਨਹੀਂ ਹੁੰਦੀ। ਅਸੀਂ ਕਵਿਤਾ ਨੂੰ ਪੜ੍ਹਦੇ ਹਾਂ, ਕਵਿਤਾ ਨੂੰ ਪੜ੍ਹਨ ਤੋਂ ਬਾਅਦ ਕਈ ਵਾਰ ਅਰਥ ਸਿੱਧੇ ਰੂਪ ਵਿੱਚ ਸਪਸ਼ਟ ਨਹੀਂ ਹੁੰਦੇ, ਤਾਂ ਬਹੁਤ ਸਾਰੇ ਅਲੰਕਾਰ ਅਜਿਹੇ ਆ ਜਿਹੜੇ ਕਵਿਤਾ ਵਿੱਚ ਅਲੰਕਾਰਾਂ ਨੂੰ ਜਾਂ ਅਰਥਾਂ ਨੂੰ ਹੋਰ ਵਧੇਰੇ ਸਪਸ਼ਟ ਕਰ ਦਿੰਦੇ ਹਨ। ਬਹੁਤ ਸਾਰੇ ਅਲੰਕਾਰ, ਜਿਨ੍ਹਾਂ ਨੂੰ ਅਸੀਂ ਅਰਥ ਅਲੰਕਾਰ ਵੀ ਕਹਿ ਦਿੰਦੇ ਹਾਂ, ਅਜਿਹੇ ਹਨ ਜਿਹੜੇ ਕਵਿਤਾ ਵਿੱਚ ਅਰਥਾਂ ਵਿੱਚ ਸਪਸ਼ਟਤਾ ਪੈਦਾ ਕਰ ਦਿੰਦੇ ਹਨ। ਉਹਨਾਂ ਦੇ ਅਰਥ ਹੋਰ ਵਧੇਰੇ ਸਪਸ਼ਟ, ਵਧੇਰੇ ਸੌਖੇ ਹੋ ਜਾਂਦੇ ਹਨ, ਜਿਸ ਨੂੰ ਪਾਠਕ, ਸਰੋਤਾ ਆਸਾਨੀ ਨਾਲ ਸਮਝ ਲੈਂਦਾ ਹੈ। ਅਗਲਾ ਇੱਕ ਅਲੰਕਾਰ ਕਵਿਤਾ ਨੂੰ ਸੁਆਦਲਾ ਬਣਾਉਂਦੇ ਹਨ। ਸੁਆਦਲਾ ਬਣਾਉਣ ਦਾ ਸੰਬੰਧ ਜਾਂ ਕਹਿਣ ਦਾ ਭਾਵ ਆ ਕਿ ਉਸ ਦੀ ਪਾਠਕਾਂ ਦੀ ਕਵਿਤਾ ਪੜ੍ਹਨ ਦੀ ਰੁਚੀ ਵਿੱਚ ਵਾਧਾ ਕਰਦੇ ਆ। ਜੇਕਰ ਕਵਿਤਾ ਦੇ ਵਿੱਚ ਕਵੀ ਵੱਖ-ਵੱਖ ਤਰ੍ਹਾਂ ਦੀਆਂ ਯੁਕਤਾਂ ਦੇ ਰਾਹੀਂ, ਵੱਖ-ਵੱਖ ਤਰ੍ਹਾਂ ਅਲੰਕਾਰਾਂ ਦੇ ਰਾਹੀਂ ਇੱਕ ਅਜਿਹਾ ਚਮਤਕਾਰ ਪੈਦਾ ਕਰੂਗਾ ਤਾਂ ਪਾਠਕ ਜਾਂ ਸਰੋਤੇ ਵਧੇਰੇ ਕਵਿਤਾ ਨੂੰ ਪੜ੍ਹਨ ਦੇ ਵਿੱਚ ਆਨੰਦ ਮਹਿਸੂਸ ਕਰਨਗੇ। ਜੇਕਰ ਕਵਿਤਾ ਦੇ ਵਿੱਚ ਕਵੀ ਵੱਖ-ਵੱਖ ਯੁਕਤਾਂ ਦੇ ਰਾਹੀਂ ਕੋਈ ਪ੍ਰਭਾਵਸ਼ਾਲੀ ਨਾ ਬਣਾਵੇਗਾ ਤਾਂ ਪਾਠਕਾਂ ਦੀ ਉਸ ਕਵਿਤਾ ਪ੍ਰਤੀ ਕੋਈ ਰੁਚੀ ਨਹੀਂ ਹੋਵੇਗੀ, ਤਾਂ ਉਹਨਾਂ ਨੂੰ ਕਵਿਤਾ ਪੜ੍ਹ ਕੇ ਵੀ ਕੋਈ ਆਨੰਦ ਨਹੀਂ ਆਵੇਗਾ। ਇਸ ਕਰਕੇ ਅਲੰਕਾਰ ਕਵਿਤਾ ਨੂੰ ਸੁਆਦਲਾ ਬਣਾਉਂਦੇ ਹਨ। ਅਲੰਕਾਰ ਦੀ ਮਹੱਤਤਾ ਤੋਂ ਬਾਅਦ ਆਪਾਂ ਹੁਣ ਅਲੰਕਾਰਾਂ ਦੀ ਵਰਗ ਵੰਡ ਬਾਰੇ ਗੱਲ ਕਰਾਂਗੇ ਕਿ ਅਲੰਕਾਰਾਂ ਨੂੰ 3 ਵਰਗਾਂ ਦੇ ਵਿੱਚ ਵੰਡਿਆ ਜਾਂਦਾ। ਪਹਿਲਾ ਵਰਗ ਆ ਸ਼ਬਦ ਅਲੰਕਾਰ, ਦੂਸਰਾ ਵਰਗ ਹੈ ਅਰਥ ਅਲੰਕਾਰ ਅਤੇ ਤੀਸਰਾ ਵਰਗ ਹੈ ਸ਼ਬਦਾਰਥ ਅਲੰਕਾਰ। ਸਭ ਤੋਂ ਪਹਿਲਾ ਵਰਗ ਆ ਜਿਹੜਾ ਉਹ ਸ਼ਬਦ ਅਲੰਕਾਰ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਸ਼ਬਦ ਅਲੰਕਾਰ ਕਿਸ ਨੂੰ ਕਹਿੰਦੇ ਹਨ ਜਾਂ ਸ਼ਬਦ ਅਲੰਕਾਰ ਕੀ ਹੁੰਦਾ। ਹੁਣ ਆਪਾਂ ਇਸ ਨੂੰ ਪੜ੍ਹ ਕੇ ਸਾਰਾ ਕੁਝ ਸਪਸ਼ਟ ਹੋ ਜਾਂਦਾ। ਪਿੱਛੇ ਵੀ ਆਪਾਂ ਇਸ ਬਾਰੇ ਗੱਲ ਕਰ ਆਏ ਹਾਂ ਕਿ ਜਿੱਥੇ ਕਾਵਿ ਵਿੱਚ ਸ਼ਬਦਾਂ ਦੇ ਆਧਾਰ ਉੱਤੇ ਹੀ ਕਾਵਿਕ ਚਮਤਕਾਰ ਹੋਵੇ, ਉੱਥੇ ਸ਼ਬਦ ਅਲੰਕਾਰ ਹੁੰਦਾ ਹੈ। ਸ਼ਬਦ ਅਲੰਕਾਰ ਸਿਰਫ ਸ਼ਬਦਾਂ ਉੱਤੇ ਆਧਾਰਿਤ ਹੁੰਦੇ ਹਨ। ਜਦੋਂ ਤੱਕ ਅਲੰਕਾਰ ਵਿੱਚ ਉਹ ਵਿਸ਼ੇਸ਼ ਸ਼ਬਦ ਟਿਕੇ ਰਹਿੰਦੇ ਹਨ, ਤਦੋਂ ਤੱਕ ਉਹ ਵਿਸ਼ੇਸ਼ ਅਲੰਕਾਰ ਰਹਿੰਦਾ ਹੈ। ਵਿਸ਼ੇਸ਼ ਸ਼ਬਦਾਂ ਦੇ ਹਟਣ ਨਾਲ ਉਹ ਅਲੰਕਾਰ ਵੀ ਹਟ ਜਾਂਦਾ। ਕਹਿਣ ਦਾ ਭਾਵ ਆ ਕਿ ਜਿੱਥੇ ਸ਼ਬਦਾਂ ਦੇ ਆਧਾਰ ਦੇ ਉੱਤੇ ਕਵਿਤਾ ਦੇ ਵਿੱਚ
ਕਾਵਿਕ ਚਮਤਕਾਰ ਪੈਦਾ ਕੀਤਾ ਜਾਂਦਾ ਜਾਂ ਕਵਿਤਾ ਦੇ ਵਿੱਚ ਸੁਹਜ ਪੈਦਾ ਕੀਤਾ ਜਾਂਦਾ, ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਂਦਾ, ਉਹਨਾਂ ਨੂੰ ਅਸੀਂ ਸ਼ਬਦ ਅਲੰਕਾਰ ਕਹਿੰਦੇ ਹਾਂ। ਇੱਥੇ ਅਲੰਕਾਰ ਪੈਦਾ ਕਰਨ ਦਾ ਜਿਹੜਾ ਯੁਕਤ ਕੀ ਆ, ਵਿਧੀ ਕੀ ਆ, ਸ਼ਬਦ, ਸ਼ਬਦਾਂ ਨੂੰ ਆਧਾਰ ਬਣਾਇਆ ਜਾਂਦਾ। ਦੂਸਰਾ ਹੈ ਅਰਥ ਅਲੰਕਾਰ। ਅਰਥ ਅਲੰਕਾਰ ਦੇ ਵਿੱਚ ਕੀ ਹੁੰਦਾ ਕਿ ਇੱਥੇ ਕਵੀ ਜਿਹੜਾ ਕਵਿਤਾ ਦੇ ਵਿੱਚ ਸੋਝ ਜਾਂ ਚਮਤਕਾਰ ਪੈਦਾ ਕਰਦਾ ਉਹ ਸ਼ਬਦਾਂ ਦੇ ਪੱਧਰ ਉੱਤੇ ਨਹੀਂ, ਉਹ ਅਰਥਾਂ ਦੇ ਪੱਧਰ ਉੱਤੇ ਪੈਦਾ ਕਰਦਾ। ਪਹਿਲੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹ ਜਿਹੜਾ ਚਮਤਕਾਰ ਪੈਦਾ ਕਰਦਾ ਉਹ ਅਰਥਾਂ ਦੇ ਸ਼ਬਦਾਂ ਦੇ ਪੱਧਰ ਉੱਤੇ ਆ, ਪਰ ਅਰਥ ਅਲੰਕਾਰ ਦੇ ਵਿੱਚ ਉਹ ਅਰਥਾਂ ਦੇ ਪੱਧਰ ਉੱਤੇ ਜਿਹੜਾ ਇੱਕ ਚਮਤਕਾਰ ਪੈਦਾ ਕਰਦਾ। ਅਰਥ ਅਲੰਕਾਰ ਕਾਵਿ ਦੇ ਅਰਥਾਂ ਉੱਤੇ ਨਿਰਭਰ ਰਹਿੰਦਾ ਹੈ। ਜਿਨ੍ਹਾਂ ਸ਼ਬਦਾਂ ਨਾਲ ਜਿਸ ਅਲੰਕਾਰ ਦੀ ਉਪਜ ਹੁੰਦੀ ਹੈ ਉਹਨਾਂ ਸ਼ਬਦਾਂ ਦੇ ਬਦਲਣ 'ਤੇ ਵੀ ਉਹ ਅਲੰਕਾਰ ਬਣਿਆ ਰਹੇ ਤਾਂ ਅਰਥ ਅਲੰਕਾਰ ਹੁੰਦਾ ਹੈ। ਭਾਵ ਇਹ ਕਿ ਇੱਥੇ ਅਲੰਕਾਰ ਦਾ ਚਮਤਕਾਰ ਅਰਥਾਂ ਉੱਤੇ ਨਿਰਭਰ ਰਹਿੰਦਾ ਹੈ, ਸ਼ਬਦਾਂ ਉੱਤੇ ਨਹੀਂ। ਕਹਿਣ ਦਾ ਕੀ ਭਾਵ ਆ ਕਿ ਸ਼ਬਦ ਅਲੰਕਾਰ ਕੁਝ ਖਾਸ ਸ਼ਬਦਾਂ ਉੱਤੇ ਨਿਰਭਰ ਹੁੰਦੇ ਨੇ। ਜੇਕਰ ਉਹਨਾਂ ਸ਼ਬਦਾਂ ਨੂੰ ਅਸੀਂ ਉਸ ਕਵਿਤਾ ਦੇ ਵਿੱਚੋਂ ਕੱਢ ਦਈਏ, ਉਸ ਕਵਿਤਾ ਦੇ ਵਿੱਚੋਂ ਹਟਾ ਦਈਏ ਤਾਂ ਉਹ ਕਵਿਤਾ ਦਾ ਜਿਹੜਾ ਪ੍ਰਭਾਵ ਆ ਉਹ ਖਤਮ ਹੋ ਜਾਂਦਾ। ਉਹ ਕਵਿਤਾ ਦੇ ਜਿਹੜੇ ਅਰਥ ਆ ਉਸ ਤਰ੍ਹਾਂ ਦੇ ਨਹੀਂ ਰਹਿੰਦੇ। ਜਦੋਂ ਕਿ ਅਰਥ ਅਲੰਕਾਰ ਦੇ ਵਿੱਚ ਜਿਹੜਾ ਕਵਿਤਾ ਦਾ ਸੋਝ ਆ ਜਾਂ ਕਵਿਤਾ ਦਾ ਜਿਹੜਾ ਪ੍ਰਭਾਵ ਜਾਂ ਚਮਤਕਾਰ ਆ ਉਹ ਅਰਥਾਂ ਉੱਤੇ ਨਿਰਭਰ ਕਰਦਾ। ਜੇਕਰ ਕਵਿਤਾ ਦੇ ਵਿੱਚੋਂ ਉਹ ਸ਼ਬਦ ਹਟਾ ਦਿੱਤੇ ਜਾਣ ਤਾਂ ਕਵਿਤਾ ਦੇ ਅਰਥਾਂ ਦੇ ਉੱਤੇ ਕੋਈ ਵੀ ਫਰਕ ਨਹੀਂ ਪੈਂਦਾ। ਇਸ ਕਰਕੇ ਅਰਥ ਅਲੰਕਾਰ ਵਿੱਚ ਜਿਹੜਾ ਕੀ ਹੁੰਦਾ ਕਿ ਅਲੰਕਾਰ ਆ ਜਿਹੜਾ ਕਾਵਿ ਦੇ ਅਰਥਾਂ ਉੱਤੇ ਨਿਰਭਰ ਹੁੰਦਾ ਹੈ। ਤੀਸਰਾ ਆ ਗਿਆ ਸ਼ਬਦਾਰਥ ਅਲੰਕਾਰ। ਸ਼ਬਦਾਰਥ ਅਲੰਕਾਰ ਕਿਹੜੇ ਹੁੰਦੇ ਆ? ਜਿਹੜੇ ਅਲੰਕਾਰ ਸ਼ਬਦ ਅਤੇ ਅਰਥ ਦੋਨਾਂ ਉੱਤੇ ਨਿਰਭਰ ਹੋ ਕੇ ਦੋਹਾਂ ਵਿੱਚ ਕਾਵਿਕ ਚਮਤਕਾਰ ਪੈਦਾ ਕਰਦੇ ਹਨ, ਉਹ ਸ਼ਬਦਾਰਥ ਅਲੰਕਾਰ ਹੁੰਦੇ ਹਨ। ਵੈਸੇ ਤਿੰਨ ਆਪਾਂ ਇਹਨਾਂ ਦੀ ਵਰਗ ਵੰਡ ਬਾਰੇ ਗੱਲ ਕੀਤੀ ਆ, ਸ਼ਬਦ ਅਲੰਕਾਰ, ਅਰਥ ਅਲੰਕਾਰ ਅਤੇ ਸ਼ਬਦਾਰਥ ਅਲੰਕਾਰ। ਸੌਖੇ ਤਰੀਕੇ ਨਾਲ ਜਿਹੜੇ ਸ਼ਬਦਾਂ ਉੱਤੇ ਆਧਾਰਿਤ ਆ ਉਹ ਸ਼ਬਦ ਅਲੰਕਾਰ, ਜਿਹੜੇ ਅਰਥਾਂ ਉੱਤੇ ਆਧਾਰਿਤ ਆ ਉਹ ਅਰਥ ਅਲੰਕਾਰ, ਜਿਹੜੇ ਸ਼ਬਦਾਂ ਅਤੇ ਅਰਥਾਂ ਦੋਨਾਂ ਦੇ ਉੱਤੇ ਹੀ ਆਧਾਰਿਤ ਆ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸ਼ਬਦਾਰਥ ਅਲੰਕਾਰ। ਤੁਹਾਡੇ ਸਿਲੇਬਸ ਵਿੱਚ ਸ਼ਬਦ ਅਤੇ ਅਰਥ ਅਲੰਕਾਰ ਹੀ ਹਨ, ਇਸ ਲਈ ਆਪਾਂ ਅੱਗੇ ਚੱਲ ਕੇ ਇਹਨਾਂ ਬਾਰੇ ਹੀ ਗੱਲ ਕਰਾਂਗੇ ਅਤੇ ਇਹਨਾਂ ਦੀਆਂ ਕਿਸਮਾਂ ਅਤੇ ਇਹਨਾਂ ਦੀਆਂ ਉਦਾਹਰਨਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਅਲੰਕਾਰ ਹਨ ਅਤੇ ਉਹਨਾਂ ਦੀ ਪਰਿਭਾਸ਼ਾ, ਅਰਥ ਅਤੇ ਉਦਾਹਰਨ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਂਗੇ। ਹੁਣ ਸਭ ਤੋਂ ਜਿਹੜਾ ਪਹਿਲਾ ਅਲੰਕਾਰ ਆ ਉਹ ਅਨੁਪਰਾਸ ਅਲੰਕਾਰ, ਇਹ ਸ਼ਬਦ ਅਲੰਕਾਰ ਹੈ। ਬਾਕੀ ਤੁਹਾਡੇ ਚਾਰ ਅਲੰਕਾਰ ਜਿਹੜੇ ਬਾਕੀ ਵੱਜਦੇ ਨੇ, ਉਪਮਾ ਅਲੰਕਾਰ, ਰੂਪਕ ਅਲੰਕਾਰ, ਦ੍ਰਿਸ਼ਟਾਂਤ ਅਲੰਕਾਰ ਅਤੇ ਅਤਕਥਨੀ ਅਲੰਕਾਰ, ਇਹ ਚਾਰੇ ਅਰਥ ਅਲੰਕਾਰ ਹਨ। ਇਹ ਤੁਹਾਡੀ ਪਾਠ ਪੁਸਤਕ ਵਿੱਚ ਸਿਰਫ 5 ਹੀ ਅਲੰਕਾਰ ਹਨ ਜੋ ਤੁਹਾਡੇ ਸਿਲੇਬਸ ਦਾ ਹਿੱਸਾ ਹਨ। ਇਹਨਾਂ ਬਾਰੇ ਆਪਾਂ ਇਕੱਲੇ ਇਕੱਲੇ ਅਲੰਕਾਰ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ। ਹੁਣ ਸਭ ਤੋਂ ਪਹਿਲਾਂ ਆਪਾਂ ਅਨੁਪਰਾਸ ਅਲੰਕਾਰ ਬਾਰੇ ਗੱਲ ਕਰਾਂਗੇ। ਅਨੁਪਰਾਸ ਅਲੰਕਾਰ ਕਿਸ ਨੂੰ ਕਹਿੰਦੇ ਹਨ? ਅਨੁਪਰਾਸ ਅਲੰਕਾਰ ਆਪਾਂ ਪਿੱਛੇ ਗੱਲ ਕਰ ਰਹੇ ਹਾਂ ਕਿ ਇੱਕ ਸ਼ਬਦ ਅਲੰਕਾਰ ਹੈ। ਪਰਿਭਾਸ਼ਾ ਬਾਰੇ ਆਪਾਂ ਗੱਲ ਕਰਦੇ ਹਾਂ, ਪੜ੍ਹਦੇ ਹਾਂ ਕਿ ਜਦ ਕਵਿਤਾ ਵਿੱਚ ਇੱਕੋ ਜਿਹੇ ਸਮਾਨ ਵਰਨਾਂ, ਅੱਖਰਾਂ ਜਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਓ ਇਸ ਤਰ੍ਹਾਂ ਹੋਵੇ ਕਿ ਉਸ ਵਿੱਚ ਸੰਗੀਤਕ ਲੈ, ਵਜਨ ਅਤੇ ਤੋਲ ਪੈਦਾ ਹੋਵੇ, ਉਸ ਨੂੰ ਅਨੁਪਰਾਸ ਅਲੰਕਾਰ ਕਿਹਾ ਜਾਂਦਾ ਹੈ। ਹੁਣ ਆਪਾਂ ਪਰਿਭਾਸ਼ਾ ਪੜ੍ਹਨ ਤੋਂ ਬਾਅਦ ਜੇ ਇਸ ਨੂੰ ਸੌਖੇ ਤਰੀਕੇ ਨਾਲ ਸਮਝੀਏ ਤਾਂ ਇੱਥੇ ਜਿਹੜੀ ਗੱਲ ਸਮਝਣ ਵਾਲੀ ਆ ਉਹ ਕੀ ਆ ਕਿ ਆਪਾਂ ਦੇਖ ਲਿਆ ਕਿ ਇਹ ਕਿਹੜਾ ਅਲੰਕਾਰ ਆ, ਇਹ ਅਰਥ ਅਲੰਕਾਰ ਆ। ਤਾਂ ਕੀ ਆ ਕਿ ਕਵਿਤਾ ਦੇ ਵਿੱਚ ਜਦੋਂ ਕਵੀ ਇੱਕੋ ਜਿਹੇ, ਉਹਨਾਂ ਨੇ ਕਿਹਾ ਇੱਕੋ ਜਿਹੇ ਸਮਾਨ ਵਰਨਾਂ, ਅੱਖਰਾਂ, ਵਰਨ ਹੋ ਗਿਆ ਕੋਈ ਅੱਖਰ ਹੋ ਗਿਆ ਜਾਂ ਕੋਈ ਸ਼ਬਦ ਹੋ ਗਿਆ, ਉਹਨੂੰ ਵਾਰ-ਵਾਰ ਦੁਹਰਾਓ ਕਰਕੇ ਕਿਸੇ ਕਵਿਤਾ
ਦੀ ਰਚਨਾ ਕਰਦਾ, ਕਿਸੇ ਕਵਿਤਾ ਦੀ ਸਿਰਜਣਾ ਕਰਦਾ, ਉਹਨਾਂ ਦੇ ਨਾਲ ਕੀ ਆ, ਕਵਿਤਾ ਦੇ ਵਿੱਚ ਇੱਕ ਸੰਗੀਤਕ ਲੈ, ਵਜਨ ਜਾਂ ਤੋਲ ਪੈਦਾ ਹੁੰਦਾ, ਤਾਂ ਉਸ ਨੂੰ ਹੀ ਅਨੁਪਰਾਸ ਅਲੰਕਾਰ ਕਹਿ ਲਿਆ ਜਾਂਦਾ। ਆਪਾਂ ਹੁਣ ਇਸ ਦੀ ਵਿਆਖਿਆ ਕਰ ਦਿੰਦੇ ਹਾਂ। ਪਰਿਭਾਸ਼ਾ ਦੀ ਵਿਆਖਿਆ ਕਰਨ ਤੋਂ ਬਾਅਦ ਥੋੜ੍ਹੇ ਹੋਰ ਅਰਥ ਸਪਸ਼ਟ ਹੋ ਜਾਣਗੇ ਕਿ ਅਨੁਪਰਾਸ ਦਾ ਅਰਥ ਹੈ ਵਾਰ-ਵਾਰ ਦੁਹਰਾਓ। ਇਹ ਦੁਹਰਾਓ ਜਾਂ ਵਾਰ-ਵਾਰ ਵਰਤੋਂ ਅੱਖਰਾਂ ਦੀ, ਸ਼ਬਦਾਂ ਦੀ ਜਾਂ ਸ਼ਬਦਾਂਸ਼ਾਂ ਦੀ ਹੋ ਸਕਦੀ ਹੈ। ਸ਼ਰਤ ਇਹ ਹੈ ਕਿ ਇੱਕੋ ਤੁਕ ਕਾਵ ਪੰਕਤੀ ਜਾਂ ਕਾਵ ਬੰਦ ਵਿੱਚ ਹੋਵੇ। ਹੁਣ ਇੱਥੇ ਕੀ ਕਿਹਾ ਗਿਆ ਕਿ ਆਪਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਅਨੁਪਰਾਸ ਦਾ ਅਰਥ ਹੀ ਵਾਰ-ਵਾਰ ਦੁਹਰਾਓ ਆ, ਰੈਪੀਟੀਸ਼ਨ ਆ, ਕਿਸੇ ਚੀਜ਼ ਨੂੰ ਵਾਰ-ਵਾਰ ਦੁਹਰਾਉਣਾ, ਵਾਰ-ਵਾਰ ਉਹ ਚੀਜ਼ ਦਾ ਆਉਣਾ। ਤਾਂ ਇਹ ਦੁਹਰਾਓ ਕਿਹੜੇ ਪੱਧਰ 'ਤੇ ਹੁੰਦਾ ਜਾਂ ਕਿਹਦੇ ਰਾਹੀਂ ਹੁੰਦਾ? ਅੱਖਰਾਂ ਦੇ ਰਾਹੀਂ ਵੀ ਹੋ ਸਕਦਾ ਹੈ, ਸ਼ਬਦਾਂ ਦੇ ਰਾਹੀਂ ਵੀ ਹੋ ਸਕਦਾ ਹੈ, ਜਾਂ ਸ਼ਬਦਾਂਸ਼ਾਂ ਦੇ ਰਾਹੀਂ ਵੀ ਹੋ ਸਕਦਾ। ਪਰ ਇੱਕ ਸ਼ਰਤ ਆ, ਸ਼ਰਤ ਇਹ ਕਿ ਉਹ ਇੱਕੋ ਕਾਵ ਪੰਕਤੀ ਵਿੱਚ ਹੋਵੇ, ਇੱਕੋ ਤੁਕ ਵਿੱਚ ਹੋਵੇ ਜਾਂ ਇੱਕੋ ਬੰਦ ਵਿੱਚ ਹੋਵੇ। ਇਹ ਨਾ ਹੋਵੇ ਕਿ ਸਾਰੀ ਕਵਿਤਾ ਦੇ ਵਿੱਚ ਕੋਈ ਬਹੁਤ ਵੱਡੀ ਇੱਕ ਕਵਿਤਾ, ਉਹਦੀ ਪਹਿਲਾਂ ਸ਼ੁਰੂ ਦੇ ਵਿੱਚ ਕੋਈ ਕਿਸੇ ਅੱਖਰ ਦੇ ਵਿੱਚ ਉਹ ਦੁਹਰਾ ਆ ਗਿਆ, ਮੁੜ ਕੇ ਉਹ ਜਾਂ ਐਂਡ ਦੇ ਉੱਤੇ ਆ ਗਿਆ ਜਾਂ ਵਿਚਕਾਰ ਆ ਗਿਆ, ਤਾਂ ਉਹਦੇ ਨਾਲ ਜਿਹੜਾ ਉਹ ਸੰਗੀਤਕ ਲੈ ਆ ਜਾਂ ਸੁਹਜ ਆ ਜਾਂ ਚਮਤਕਾਰ ਪੈਦਾ ਨਹੀਂ ਹੋਵੇਗਾ। ਉਹ ਚਮਤਕਾਰ ਜਾਂ ਸੁਹਜ ਤਾਂ ਹੀ ਪੈਦਾ ਹੋਵੇਗਾ ਜਦੋਂ ਉਹ ਦੁਹਰਾ ਇੱਕ ਤੁਕ, ਇੱਕ ਕਾਵ ਪੰਕਤੀ ਜਾਂ ਕਾਵ ਬੰਦ ਵਿੱਚ ਹੋਵੇਗਾ। ਆਪਾਂ ਉਦਾਹਰਨ ਵਜੋਂ ਦੇਖ ਸਕਦੇ ਹਾਂ, ਇੱਥੇ ਇੱਕ ਕਵਿਤਾ ਦੀ ਤੁਕ ਦੇ ਨਾਲ ਆਪਾਂ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਦੁਨੀਆ ਦਾ ਦਰਦ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ, ਅੰਦਰਲਾ ਪੰਗਰ ਵਗ ਤੁਰਦਾ ਨੈਣੋ ਨੀਰ ਵਸਾਂਦਾ। ਹੁਣ ਦੇਖੋ ਇੱਥੇ ਜਦੋਂ ਆਪਾਂ ਅਨੁਪਰਾਸ ਅਲੰਕਾਰ ਦੀ ਗੱਲ ਕੀਤੀ ਸੀ ਤਾਂ ਆਪਾਂ ਸ਼ੁਰੂ ਵਿੱਚ ਪੜ੍ਹਿਆ ਸੀ ਕਿ ਜਦ ਕਵਿਤਾ ਵਿੱਚ ਇੱਕੋ ਜਿਹੇ ਸਮਾਨ ਵਰਨਾਂ, ਅੱਖਰਾਂ ਜਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਓ ਇਸ ਤਰ੍ਹਾਂ ਹੋਵੇ ਕਿ ਉਸ ਵਿੱਚ ਸੰਗੀਤਕ ਲੈ, ਵਜਨ ਅਤੇ ਤੋਲ ਪੈਦਾ ਹੋਵੇ, ਉਸ ਨੂੰ ਕੀ ਕਹਿੰਦਾ? ਅਨੁਪਰਾਸ ਅਲੰਕਾਰ ਕਿਹਾ ਜਾਂਦਾ। ਹੁਣ ਆ ਇੱਕ ਕਵਿਤਾ ਦੀ ਇੱਕ ਬੰਦ ਲਿਆ ਆਪਾਂ, ਤਾਂ ਉਹਦੇ ਵਿੱਚ ਆਪਾਂ ਦੇਖ ਸਕਦੇ ਹਾਂ। ਹੁਣ ਇਹਦੇ ਵਿੱਚ ਕਿਹੜੇ ਸਮਾਨ ਵਰਨ ਕਿਹੜੇ ਆ? ਸਮਾਨ ਅੱਖਰ ਕਿਹੜੇ ਆ? ਦੱਦਾ ਸਮਾਨ ਵਰਨ, ਉਹਦਾ ਕੀ ਹੁੰਦਾ? ਵਾਰ-ਵਾਰ ਦੁਹਰਾ ਹੋ ਰਿਹਾ। ਦੁਨੀਆ ਦਾ ਦਰਦ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ। ਹੁਣ ਇਹਦੇ ਵਿੱਚ ਕਵੀ ਨੇ ਦੱਦੇ ਧੁਨੀ ਦੇ ਦੁਹਰਾਓ ਦੇ ਰਾਹੀਂ ਉਹਦੀ ਵਰਤੋਂ ਕਰਕੇ ਕਵਿਤਾ ਦੇ ਵਿੱਚ ਇੱਕ ਚਮਤਕਾਰ ਪੈਦਾ ਕੀਤਾ, ਜਿਸ ਨਾਲ ਕਵਿਤਾ ਵਧੇਰੇ ਸਾਨੂੰ ਪ੍ਰਭਾਵਸ਼ਾਲੀ ਲੱਗਦੀ ਆ। ਤਾਂ ਜਿਸ ਨੂੰ ਪੜ੍ਹ ਕੇ ਸਾਡੇ ਅੰਦਰ ਇੱਕ ਸੁਹਜ, ਆਤਮਿਕ ਸਾਡੀ ਜਿਹੜੀ ਇੱਕ ਬਿਰਤੀ ਆ, ਸਾਡੀ ਇੱਕ ਭੁੱਖ ਆ, ਉਹਦੀ ਤ੍ਰਿਪਤੀ ਹੁੰਦੀ ਆ। ਤਾਂ ਜਿਹਦੇ ਨਾਲ ਸਾਨੂੰ ਕਵਿਤਾ ਵੱਲ ਅਸੀਂ ਖਿੱਚੇ ਜਾਂਦੇ ਹਾਂ ਅਤੇ ਸਾਨੂੰ ਲੱਗਦਾ ਵੀ ਬਹੁਤ ਸੋਹਣੀ ਕਵਿਤਾ, ਜਾਂ ਸਾਡੀ ਉਹਦੇ ਨਾਲ ਇੱਕ ਤਰ੍ਹਾਂ ਦਾ ਲਗਾਅ ਜਾਂ ਸਾਡਾ ਉਹਦੇ ਨਾਲ ਇੱਕ ਤਰ੍ਹਾਂ ਦੀ ਅਟੈਚਮੈਂਟ ਹੋ ਜਾਂਦੀ ਆ। ਇਹੀ ਕਵੀ ਦੁਆਰਾ ਵਰਤੀਆਂ ਜਾਂਦੀਆਂ ਜੁਗਤੀਆਂ, ਇਹਨਾਂ ਹੀ ਜੁਗਤੀਆਂ ਨੂੰ ਅਸੀਂ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਅਲੰਕਾਰ ਕਹਿ ਦਿੰਦੇ ਹਾਂ। ਜੇ ਹੁਣ ਆਪਾਂ ਦੇਖੇ ਜਾਈਏ ਕਿ ਇਹਦੀ ਥਾਂ ਦੇ ਉੱਤੇ ਆਪਾਂ ਸ਼ਬਦ ਬਦਲ ਕੇ ਦੇਖ ਲਈਏ, ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਸ਼ਬਦ ਅਲੰਕਾਰ ਹੁੰਦੇ ਆ ਉਹਨਾਂ ਦਾ ਆਧਾਰ ਕੀ ਹੁੰਦਾ? ਉਹ ਵੱਖ-ਵੱਖ ਤਰ੍ਹਾਂ ਦੇ ਸ਼ਬਦ ਹੁੰਦੇ ਨੇ, ਜਿਹੜੇ ਸ਼ਬਦਾਂ ਉੱਤੇ ਆਧਾਰਿਤ ਹੁੰਦੇ ਉਹਨਾਂ ਨੂੰ ਸ਼ਬਦ ਅਲੰਕਾਰ ਕਿਹਾ ਜਾਂਦਾ। ਅਨੁਪਰਾਸ ਆਪਣੇ ਕੋਲ ਕੀ ਆ? ਸ਼ਬਦ ਅਲੰਕਾਰ ਆ। ਤਾਂ ਜੇਕਰ ਉਹ ਵਿਸ਼ੇਸ਼ ਸ਼ਬਦ ਕਵਿਤਾ ਦੇ ਵਿੱਚੋਂ ਹਟਾ ਦਿੱਤੇ ਜਾਣ ਤਾਂ ਕਵਿਤਾ ਦੇ ਵਿੱਚੋਂ ਚਮਤਕਾਰ ਪੈਦਾ ਨਹੀਂ ਹੋਵੇ। ਹੁਣ ਜੇਕਰ ਆਪਾਂ ਜਿਹੜੇ ਕਵੀ ਨੇ ਇਹ ਵਿਸ਼ੇਸ਼ ਵਰਨ ਜਾਂ ਅੱਖਰ ਵਰਤੇ ਨੇ, ਇਹਨਾਂ ਨੂੰ ਆਪਾਂ ਇਸ ਕਵਿਤਾ ਦੇ ਵਿੱਚੋਂ ਹਟਾ ਦਈਏ ਜਾਂ ਕਵੀ ਇਹਨਾਂ ਨੂੰ ਨਾ ਵਰਤਦਾ, ਤਾਂ ਉੱਥੇ ਫਿਰ ਸ਼ਬਦ ਅਲੰਕਾਰ ਪੈਦਾ ਨਹੀਂ ਹੋਣਾ ਸੀ। ਆਪਾਂ ਦੇਖ ਸਕਦੇ ਹਾਂ ਹੁਣ ਜਿਵੇਂ ਸ਼ਬਦ ਆ ਦੁਨੀਆ ਦੀ ਥਾਂ ਦੇ ਉੱਤੇ ਆਪਾਂ ਕੀ ਰੱਖ ਲਈਏ? ਸੰਸਾਰ ਰੱਖ ਲਈਏ। ਤਾਂ ਦੇਖ ਦੀ ਥਾਂ 'ਤੇ ਆਪਾਂ ਕੀ ਰੱਖ ਲਈਏ? ਵੇਖ ਰੱਖ ਲਈਏ। ਦਿਲ ਦੀ ਥਾਂ ਦੇ ਉੱਤੇ ਆਪਾਂ ਰੱਖ ਲਈਏ ਮਨ ਰੱਖ ਲਈਏ। ਦਬਦਾ ਦੀ ਥਾਂ 'ਤੇ ਰੱਖ ਦਈਏ ਆਪਾਂ ਘਟਦਾ ਰੱਖ ਲਈਏ। ਤਾਂ ਇਹ ਕੀ ਬਣੂਗਾ ਕਿ ਸੰਸਾਰ ਦਾ ਦਰਦ ਵੇਖ ਮਨ ਘਟਦਾ ਜਾਂਦਾ। ਹੁਣ ਉਹ ਜਿਹੜਾ ਇੱਕ ਲੈ ਸੀ, ਉਹ ਇੱਕ ਧੁਨੀ ਸੀ, ਉਹ ਇੱਕ ਚਮਤਕਾਰ ਸੀ, ਉਹ ਇਹਨਾਂ ਸ਼ਬਦਾਂ ਨਾਲ ਜਾਂ ਇਹਨਾਂ ਵਰਨਾਂ ਨਾਲ ਨਹੀਂ ਬਣਿਆ। ਉਹ ਕਿਹਦੇ ਨਾਲ ਬਣਦਾ? ਉਹ ਇਹਨਾਂ ਵਿਸ਼ੇਸ਼ ਧੁਨੀਆਂ ਦੇ ਨਾਲ, ਵਿਸ਼ੇਸ਼ ਵਰਨਾਂ ਦੇ ਨਾਲ ਜਾਂ ਵਿਸ਼ੇਸ਼ ਅੱਖਰਾਂ ਦੇ ਨਾਲ ਹੀ ਬਣਦਾ। ਇਸ ਕਰਕੇ ਜਿਹੜਾ ਅਨੁਪਰਾਸ ਅਲੰਕਾਰ ਆ ਉਹ ਇਹਨਾਂ ਸਮਾਨ ਵਰਨਾਂ, ਅੱਖਰਾਂ ਜਾਂ ਸ਼ਬਦਾਂ ਦੇ ਵਾਰ-ਵਾਰ ਦੁਹਰਾਓ ਦੇ ਨਾਲ ਹੀ ਪੈਦਾ ਹੁੰਦਾ। ਅਗਲੀ ਉਦਾਹਰਨ ਆਪਾਂ ਦੇਖ ਸਕਦੇ ਹਾਂ
ਵਲਾਂ ਵਾਲੀਆਂ ਉਸ ਦੀਆਂ ਵਾਲੀਆਂ ਨੇ ਲੁੱਟ ਲਿਆ ਜਹਾਨ ਦੇ ਵਾਲੀਆਂ ਨੂੰ। ਤਾਂ ਇਹਦੇ ਵਿੱਚ ਵੀ ਕਵੀ ਨੇ ਵਾਲੀਆਂ ਦਾ ਪ੍ਰਯੋਗ ਕਰਦੇ ਹੋਏ ਵਾਲੀਆਂ ਜਾਂ ਵਾਵਾ ਅਤੇ ਲੱਲਾ ਧੁਨੀ ਨੂੰ ਜਾਂ ਵਾਲੀਆਂ ਸ਼ਬਦ ਨੂੰ ਵੱਖ-ਵੱਖ ਅਰਥਾਂ ਦੇ ਵਿੱਚ ਪ੍ਰਯੋਗ ਕਰਦੇ ਹੋਏ ਤਾਂ ਉਸ ਦੀ ਵਾਲੀਆਂ ਸ਼ਬਦ ਦੀ ਦੁਹਰਾਓ ਦੇ ਰਾਹੀਂ ਇੱਕ ਚਮਤਕਾਰ ਪੈਦਾ ਕੀਤਾ। ਜਾਂ ਆਪਾਂ ਤੀਸਰੀ ਉਦਾਹਰਨ ਵੀ ਦੇਖ ਸਕਦੇ ਹਾਂ, ਜਿਹੜੀ ਤੁਹਾਡੀ ਕਿਤਾਬ ਦੇ ਵਿੱਚ ਵੀ ਦਿੱਤੀ ਹੋਈ ਆ ਕਿ ਫਿਰ ਰੂਪ ਸਰੂਪ ਅਨੂਪ ਦਿਸੇ, ਫਿਰ ਜਿੰਦ ਦੀਵਾਨੀ ਝੱਲੀ ਝੱਲੀ, ਫਿਰ ਹੋਸ਼ ਬੇਹੋਸ਼ ਮਦਹੋਸ਼ ਹੋਈ, ਫਿਰ ਪਤ ਉਰਲੈਂਦੀ ਗਲੀ ਗਲੀ। ਹੁਣ ਆਪਾਂ ਦੇਖ ਸਕਦੇ ਹਾਂ ਕਿ ਇਸ ਵਿੱਚ ਰੂਪ ਸਰੂਪ ਅਨੂਪ ਵਿੱਚ ਆਏ ਊਪ ਅੱਖਰ 3 ਵਾਰ ਦੁਹਰਾਏ ਗਏ ਹਨ। ਇਸੇ ਤਰ੍ਹਾਂ ਹੋਸ਼ ਬੇਹੋਸ਼ ਮਦਹੋਸ਼ ਵਿੱਚ ਵੀ ਜਿਹੜਾ ਹੋਸ਼ ਸ਼ਬਦਾਂਸ਼ 3 ਵਾਰ ਵਰਤਿਆ ਗਿਆ ਹੈ। ਇਸ ਦੁਹਰਾਓ ਨਾਲ ਇੱਕ ਸੰਗੀਤਕ ਲੈ ਜਿਹੜੀ ਪੈਦਾ ਹੁੰਦੀ ਆ, ਇਹੀ ਅਨੁਪਰਾਸ ਅਲੰਕਾਰ ਦਾ ਉਦਾਹਰਨ ਆ। ਜੇਕਰ ਹੁਣ ਆਪਾਂ ਫਿਰ ਦੇਖੀਏ ਕਿ ਇਹਦੇ ਵਿੱਚੋਂ ਆਪਾਂ ਇਹਨਾਂ ਸ਼ਬਦਾਂ ਦੀ ਥਾਂ ਦੇ ਉੱਤੇ ਕੋਈ ਹੋਰ ਸ਼ਬਦ ਵਰਤ ਲਈਏ ਤਾਂ ਉਹਦੇ ਨਾਲ ਕੀ ਅਨੁਪਰਾਸ ਅਲੰਕਾਰ ਪੈਦਾ ਨਹੀਂ ਹੋਵੇਗਾ। ਉਪਰੋਕਤ ਉਦਾਹਰਨ ਵਿੱਚ ਹੀ ਆਪਾਂ ਦੇਖ ਸਕਦੇ ਹਾਂ, ਜੇਕਰ ਆਪਾਂ ਰੂਪ ਦੀ ਥਾਂ ਦੇ ਉੱਤੇ ਸ਼ਬਦ ਆ ਸਾਡੇ ਕੋਲ ਇੱਥੇ ਰੂਪ, ਜੇ ਅਸੀਂ ਰੂਪ ਦੀ ਥਾਂ ਦੇ ਉੱਤੇ ਇੱਥੇ ਵਰਤ ਲਈਏ ਸ਼ਕਲ, ਹੈ ਨਾ, ਰੂਪ ਦੀ ਥਾਂ ਦੇ ਉੱਤੇ ਸ਼ਕਲ ਵਰਤ ਲਈਏ ਅਤੇ ਸਰੂਪ ਦੀ ਥਾਂ ਉੱਤੇ ਸੁੰਦਰ ਰੱਖ ਲਈਏ ਤਾਂ ਕੀ ਹੋਵੇਗਾ ਕਿ ਸਾਡੇ ਕੋਲ ਜਿਹੜਾ ਅਨੁਪਰਾਸ ਅਲੰਕਾਰ ਨਹੀਂ ਬਣ ਸਕੇਗਾ। ਇਸ ਲਈ ਖਾਸ ਸ਼ਬਦਾਂ ਦੀ ਵਰਤੋਂ ਕਰਕੇ ਅਨੁਪਰਾਸ ਅਲੰਕਾਰ ਪ੍ਰਗਟ ਹੁੰਦਾ ਹੈ। ਇਸ ਕਰਕੇ ਅਨੁਪਰਾਸ ਇੱਕ ਸ਼ਬਦ ਅਲੰਕਾਰ ਆ। ਤਾਂ ਕਰਕੇ ਆਪਾਂ ਜੇਕਰ ਉਹਨਾਂ ਖਾਸ ਸ਼ਬਦਾਂ ਨੂੰ ਉਸ ਅਲੰਕਾਰ ਦੇ ਵਿੱਚੋਂ ਹਟਾ ਦੇਵਾਂਗੇ ਤਾਂ ਉਹ ਅਲੰਕਾਰ ਵੀ ਉੱਥੇ ਉਹ ਜਿਹੜਾ ਪੈਦਾ ਨਹੀਂ ਹੋਵੇਗਾ। ਇਹ 3 ਉਦਾਹਰਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਅਨੁਪਰਾਸ ਅਲੰਕਾਰ ਕਿਸ ਨੂੰ ਕਹਿੰਦੇ ਹਨ, ਅਨੁਪਰਾਸ ਅਲੰਕਾਰ ਕਵਿਤਾ ਦੇ ਵਿੱਚ ਪੈਦਾ ਕਿਵੇਂ ਹੁੰਦਾ ਜਾਂ ਕਵੀ ਉਸ ਨੂੰ ਕਿਸ ਤਰ੍ਹਾਂ ਵਰਤੋਂ ਵਿੱਚ ਲਿਆਉਂਦਾ, ਕਿਹੜੀਆਂ ਯੁਕਤਾਂ ਦੀ ਵਰਤੋਂ ਕਰਦਾ ਅਤੇ ਕਵਿਤਾ ਦੇ ਵਿੱਚ ਕਿਸ ਤਰ੍ਹਾਂ ਉਹ ਇੱਕ ਚਮਤਕਾਰ ਪੈਦਾ ਕਰਦਾ। ਪਿਆਰੇ ਬੱਚਿਓ, ਦੂਸਰਾ ਆਪਣਾ ਜੋ ਅਲੰਕਾਰ ਹੈ ਉਹ ਉਪਮਾ ਅਲੰਕਾਰ ਹੈ, ਜਿਹੜਾ ਕਿ ਇੱਕ ਅਰਥ ਅਲੰਕਾਰ ਹੈ। ਇਸ ਅਲੰਕਾਰ ਵਿੱਚ ਕਵੀ ਅਰਥਾਂ ਦੇ ਪੱਧਰ ਉੱਤੇ ਕਵਿਤਾ ਵਿੱਚ ਚਮਤਕਾਰ ਪੈਦਾ ਕਰਦਾ ਹੈ ਅਤੇ ਆਪਣੀ ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਆਪਾਂ ਉਪਮਾ ਅਲੰਕਾਰ ਦੀ ਪਰਿਭਾਸ਼ਾ ਕਰਨ ਤੋਂ ਪਹਿਲਾਂ ਉਪਮਾ ਦੇ ਥੋੜ੍ਹਾ ਅਰਥਾਂ ਬਾਰੇ ਜਾਣ ਲਈਏ, ਕਿਉਂਕਿ ਉਪਮਾ ਅਲੰਕਾਰ ਅਲੰਕਾਰਾਂ ਵਿੱਚੋਂ ਸਭ ਤੋਂ ਵੱਧ ਮਸ਼ਹੂਰ ਅਲੰਕਾਰ ਹੈ। ਪੰਜਾਬੀ ਕਵਿਤਾ ਵਿੱਚ ਚਾਹੇ ਉਹ ਮੱਧਕਾਲੀਨ ਪੰਜਾਬੀ ਕਾਵਿ ਹੈ ਜਾਂ ਆਧੁਨਿਕ ਪੰਜਾਬੀ ਕਾਵਿ ਹੈ, ਸਭ ਤੋਂ ਵਧੇਰੇ ਮਾਤਰਾ ਵਿੱਚ ਉਪਮਾ ਅਲੰਕਾਰ ਦੀ ਵਰਤੋਂ ਹੋਈ ਮਿਲਦੀ ਹੈ। ਸਧਾਰਨ ਰੂਪ ਵਿੱਚ ਪੰਜਾਬੀ ਵਿੱਚ ਉਪਮਾ ਦਾ ਆਮ ਅਰਥ ਜਸ ਕੀਰਤੀ ਵਡਿਆਈ ਪ੍ਰਸ਼ੰਸਾ ਆਦਿ ਲਿਆ ਜਾਂਦਾ ਹੈ, ਪਰ ਅਲੰਕਾਰ ਦੇ ਪ੍ਰਸੰਗ ਵਿੱਚ ਉਪਮਾ ਤੋਂ ਇਹ ਆਮ ਅਰਥ ਨਹੀਂ ਲਿਆ ਜਾਂਦਾ, ਸਗੋਂ ਇੱਥੇ ਉਪਮਾ ਇੱਕ ਅਲੰਕਾਰ ਦਾ ਨਾਮ ਹੈ। ਜਦੋਂ ਅਸੀਂ ਇਸ ਦੀ ਪਰਿਭਾਸ਼ਾ ਕਰਾਂਗੇ, ਪਰਿਭਾਸ਼ਾ ਤੋਂ ਬਾਅਦ ਆਪਾਂ ਇਸ ਦੇ ਤੱਤ ਕਰਾਂਗੇ ਅਤੇ ਤੱਤਾਂ ਤੋਂ ਬਾਅਦ ਆਪਾਂ ਇੱਕ ਉਦਾਹਰਨ ਦੇ ਰਾਹੀਂ ਸਭ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਸ ਤੋਂ ਉਪਮਾ ਅਲੰਕਾਰ ਬਾਰੇ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇਗਾ। ਪਰਿਭਾਸ਼ਾ ਵਿੱਚ ਆਪਾਂ ਦੇਖਦੇ ਹਾਂ ਕਿ ਉਪਮਾ ਦਾ ਭਾਵ ਹੈ ਨੇੜੇ ਰੱਖ ਕੇ ਤੁਲਨਾ, ਅਰਥਾਤ ਦੋ ਪਦਾਰਥਾਂ ਨੂੰ ਨੇੜੇ ਰੱਖ ਕੇ ਇੱਕ ਦੂਜੇ ਨਾਲ ਸਮਾਨਤਾ ਸਥਾਪਿਤ ਕਰਨਾ। ਇਸ ਵਿੱਚ ਕਿਸੇ ਇੱਕ ਵਸਤੂ ਦੀ ਤੁਲਨਾ ਕਿਸੇ ਦੂਸਰੀ ਵਸਤੂ ਨਾਲ ਇਸ ਆਧਾਰ ਉੱਤੇ ਕੀਤੀ ਜਾਂਦੀ ਹੈ ਕਿ ਦੋਹਾਂ ਵਿੱਚ ਕੋਈ ਸਾਂਝ ਸਥਾਪਿਤ ਹੁੰਦੀ ਹੋਵੇ। ਪਰਿਭਾਸ਼ਾ ਨੂੰ ਜਦੋਂ ਅਸੀਂ
ਸੌਖੇ ਰੂਪ ਵਿੱਚ ਸਮਝੀਏ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਪਮਾ ਅਲੰਕਾਰ ਅਸਲ ਵਿੱਚ ਜਾਂ ਉਪਮਾ ਅਲੰਕਾਰ ਵਿੱਚ ਕਿਸੇ ਇੱਕ ਵਸਤੂ ਦੀ ਤੁਲਨਾ ਕਿਸੇ ਦੂਸਰੀ ਵਸਤੂ ਦੇ ਨਾਲ ਕੀਤੀ ਜਾਂਦੀ ਹੈ। ਜੋ ਸਮਝਣ ਵਾਲੀ ਗੱਲ ਹੈ ਉਹ ਇਹ ਹੈ ਕਿ ਕਵੀ ਕਿਸੇ ਇੱਕ ਵਸਤੂ ਦੀ ਤੁਲਨਾ ਕਿਸੇ ਦੂਸਰੇ ਵਸਤੂ ਨਾਲ ਉਹਨਾਂ ਦੇ ਸਾਂਝੇ ਗੁਣ ਦੇ ਆਧਾਰ ਦੇ ਉੱਤੇ ਕਰਦਾ ਹੈ। ਕਹਿਣ ਦਾ ਭਾਵ ਆ ਕਿ ਜਿਸ ਵਸਤੂ ਦੀ ਉਹ ਤੁਲਨਾ ਕਰ ਰਿਹਾ, ਜਿਸ ਨੂੰ ਉਪਮੇਯ ਕਿਹਾ ਜਾਂਦਾ ਹੈ, ਅਤੇ ਜਿਸ ਵਸਤੂ ਨਾਲ ਤੁਲਨਾ ਕਰ ਰਿਹਾ ਜਿਸ ਨੂੰ ਕਿ ਉਪਮਾਨ ਕਿਹਾ ਜਾਂਦਾ ਹੈ, ਉਹਨਾਂ ਦੋਨਾਂ ਉਪਮੇਯ ਅਤੇ ਉਪਮਾਨ ਵਿਚਕਾਰ ਕੋਈ ਸਾਂਝਾ ਗੁਣ ਹੋਣਾ ਲਾਜ਼ਮੀ ਹੈ। ਇਸ ਸਾਂਝ ਦੇ ਆਧਾਰ 'ਤੇ ਹੀ ਕਵੀ ਉਹਨਾਂ ਦੋਨਾਂ ਦੀ ਆਪਸ ਵਿੱਚ ਤੁਲਨਾ ਕਰਦਾ ਹੈ ਅਤੇ ਤੁਲਨਾਈ ਜਾਣ ਵਾਲੀ ਵਸਤੂ ਭਾਵ ਕਿ ਜਿਸ ਦੀ ਤੁਲਨਾ ਕਰ ਰਿਹਾ ਹੈ ਉਸ ਨੂੰ ਵਿਸ਼ੇਸ਼ ਰੂਪ ਵਿੱਚ ਪੇਸ਼ ਕਰਕੇ ਜਾਂ ਉਸ ਦੀ ਮਹੱਤਤਾ ਦਰਸਾ ਕੇ ਕਵਿਤਾ ਵਿੱਚ ਉਸ ਨੂੰ ਵਧੇਰੇ ਪ੍ਰਮੁੱਖਤਾ ਪ੍ਰਦਾਨ ਕਰਦਾ ਹੈ। ਉਪਮਾ ਅਲੰਕਾਰ ਵਿੱਚ 4 ਤੱਤਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਪਮਾ ਅਲੰਕਾਰ ਦੇ 4 ਤੱਤ ਹੁੰਦੇ ਹਨ। ਪਹਿਲਾ ਉਪਮੇਯ, ਜਿਸ ਦੀ ਤੁਲਨਾ ਹੋਵੇ। ਦੂਸਰਾ ਹੈ ਉਪਮਾਨ, ਜਿਸ ਨਾਲ ਤੁਲਨਾ ਹੋਵੇ। ਤੀਸਰਾ ਹੈ ਸਾਂਝਾ ਗੁਣ, ਉਹ ਗੁਣ ਜਿਸ ਦੇ ਆਧਾਰ 'ਤੇ ਦੋਹਾਂ ਵਿੱਚ ਸਾਂਝ ਪ੍ਰਗਟ ਹੋਵੇ। ਚੌਥਾ ਹੈ ਵਾਚਕ ਸ਼ਬਦ, ਜਿਸ ਸ਼ਬਦ ਤੋਂ ਤੁਲਨਾ ਦਾ ਪਤਾ ਲੱਗੇ। ਹੁਣ ਆਪਾਂ ਇਸ ਨੂੰ ਇੱਕ ਉਦਾਹਰਨ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਿਸ ਨੂੰ ਦੇਖ ਕੇ ਤੁਸੀਂ ਚੰਗੀ ਤਰ੍ਹਾਂ ਉਪਮੇਯ ਅਤੇ ਉਪਮਾਨ, ਸਾਂਝਾ ਗੁਣ ਅਤੇ ਵਾਚਕ ਸ਼ਬਦ ਦੇ ਜਿਹੜੇ ਸੰਕਲਪ ਆ ਉਹਨਾਂ ਨੂੰ ਸਮਝ ਜਾਓਗੇ। ਸਾਡੇ ਕੋਲ ਉਦਾਹਰਨ ਆ ਕਿ ਚਾਂਦੀ ਵਰਗਾ ਰੰਗ ਹੈ ਗੋਰਾ, ਸੋਨੇ ਵਰਗੇ ਵਾਲ ਸੁਨਹਿਰੀ। ਤਾਂ ਇਹਨਾਂ ਤੁਕਾਂ ਨੂੰ ਪੜ੍ਹ ਕੇ ਸਾਨੂੰ ਇੱਕ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਇਸ ਵਿੱਚ ਕਵੀ ਜਾਂ ਲੇਖਕ ਇੱਥੇ ਇੱਕ ਚੀਜ਼ ਦੀ ਤੁਲਨਾ ਕਿਸੇ ਦੂਸਰੀ ਚੀਜ਼ ਨਾਲ ਕਰ ਰਿਹਾ। ਪਹਿਲੀ ਲਾਈਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਕਵੀ ਇੱਥੇ ਰੰਗ ਦੀ ਤੁਲਨਾ ਕਰ ਰਿਹਾ, ਕਿਹਦੇ ਨਾਲ ਕਰ ਰਿਹਾ? ਰੰਗ ਦੀ ਤੁਲਨਾ ਇੱਥੇ ਕਵੀ ਚਾਂਦੀ ਨਾਲ ਕਰ ਰਿਹਾ। ਤਾਂ ਚਾਂਦੀ ਵਰਗਾ ਰੰਗ ਹੈ ਗੋਰਾ। ਤਾਂ ਆਪਾਂ ਦੇਖਿਆ ਸੀ ਕਿ 4 ਤੱਤ ਹੁੰਦੇ ਆ। 4 ਤੱਤ ਕਿਹੜੇ ਆ? ਪਹਿਲਾ ਹੈ ਉਪਮੇਯ, ਜਿਸ ਦੀ ਤੁਲਨਾ ਹੋਵੇ। ਹੁਣ ਕਿਸ ਦੀ ਤੁਲਨਾ ਹੋ ਰਹੀ ਹੈ ਇੱਥੇ? ਰੰਗ ਦੀ। ਇਹਦਾ ਮਤਲਬ ਉਪਮੇਯ ਕੀ ਹੋ ਗਿਆ ਸਾਡੇ ਕੋਲੇ ਇੱਥੇ? ਰੰਗ ਹੋ ਗਿਆ। ਦੂਸਰਾ ਕੀ ਆ? ਉਪਮਾਨ, ਜਿਸ ਨਾਲ ਤੁਲਨਾ ਹੋਵੇ। ਹੁਣ ਇੱਥੇ ਤੁਲਨਾ ਕਿਸ ਨਾਲ ਹੋ ਰਹੀ ਆ? ਰੰਗ ਦੀ ਤੁਲਨਾ ਕਿਸ ਨਾਲ ਹੋ ਰਹੀ ਆ? ਚਾਂਦੀ ਨਾਲ ਹੋ ਰਹੀ ਆ। ਚਾਂਦੀ ਵਰਗਾ ਰੰਗ ਹੈ ਗੋਰਾ। ਤਾਂ ਇਸ ਕਰਕੇ ਉਪਮਾਨ ਕੀ ਹੋ ਗਿਆ? ਜਿਸ ਨਾਲ ਤੁਲਨਾ ਹੋਵੇ। ਉਪਮਾਨ ਆਪਾਂ ਕਹਿੰਦੇ ਆ ਜਿਸ ਨਾਲ ਤੁਲਨਾ ਕਰ ਰਿਹਾ ਕਵੀ, ਉਸ ਨੂੰ ਅਸੀਂ ਉਪਮਾਨ ਕਹਿੰਦੇ ਆ। ਇਸ ਵਿੱਚ ਕਵੀ ਹੁਣ ਰੰਗ ਦੀ ਤੁਲਨਾ ਕਿਸ ਨਾਲ ਕਰ ਰਿਹਾ? ਚਾਂਦੀ ਨਾਲ। ਇਸ ਕਰਕੇ ਇੱਥੇ ਉਪਮਾਨ ਚਾਂਦੀ ਹੋ ਗਿਆ। ਤੀਸਰਾ ਆਪਾਂ ਕੀਤਾ ਸੀ ਸਾਂਝਾ ਗੁਣ। ਪਹਿਲਾਂ ਵੀ ਆਪਾਂ ਪਰਿਭਾਸ਼ਾ ਦੇ ਵਿੱਚ ਵੀ ਉੱਪਰ ਦੇਖ ਸਕਦੇ ਹਾਂ ਕਿ ਆਪਾਂ ਪੜ੍ਹਿਆ ਸੀ ਕਿ ਉਹ ਉਹਨਾਂ ਦੀ ਆਪਸ ਵਿੱਚ ਤੁਲਨਾ ਇਸ ਆਧਾਰ ਉੱਤੇ ਕੀਤੀ ਜਾਂਦੀ ਹੈ ਕਿ ਦੋਹਾਂ ਵਿੱਚ ਕੋਈ ਸਾਂਝਾ ਗੁਣ ਹੋਵੇ ਜਾਂ ਦੋਹਾਂ ਵਿੱਚ ਕੋਈ ਸਾਂਝ ਸਥਾਪਿਤ ਹੁੰਦੀ ਹੋਵੇ। ਹੁਣ ਦੇਖੋ ਕਵੀ ਕਹਿੰਦਾ ਕਿ ਚਾਂਦੀ ਵਰਗਾ ਰੰਗ ਹੈ ਗੋਰਾ। ਹੁਣ ਰੰਗ ਤੇ ਚਾਂਦੀ, ਰੰਗ ਕੀ ਆ? ਉਪਮੇਯ ਆ। ਚਾਂਦੀ ਕੀ ਆ? ਉਪਮਾਨ ਆ। ਅਤੇ ਉਹਨਾਂ ਵਿੱਚ ਸਾਂਝਾ ਗੁਣ ਕੀ ਆ? ਗੋਰਾ। ਚਾਂਦੀ ਦਾ ਰੰਗ ਵੀ ਚਿੱਟਾ ਹੁੰਦਾ ਅਤੇ ਰੰਗ ਵੀ ਉਹਦਾ ਜਿਹੜਾ ਉਹ ਚਿੱਟਾ ਹੈ ਜਾਂ ਗੋਰਾ ਹੈ। ਤਾਂ ਕਵੀ ਨੇ ਇੱਥੇ ਚਾਂਦੀ ਦੇ ਉਪਮਾਨ ਦੇ ਰਾਹੀਂ ਰੰਗ ਦੀ ਵਿਸ਼ੇਸ਼ਤਾ ਦੱਸਦੇ ਹੋਏ ਇਸ ਵਿੱਚ ਰੰਗ ਦੀ ਤੁਲਨਾ ਚਾਂਦੀ ਦੇ ਨਾਲ ਕਰਕੇ ਇੱਕ ਉਪਮਾ ਅਲੰਕਾਰ ਦੀ ਜਿਹੜੀ ਇੱਥੇ ਸਿਰਜਣਾ ਕੀਤੀ ਹੈ। ਤਾਂ ਇੱਥੇ ਸਾਂਝਾ ਗੁਣ ਸਾਡੇ ਕੋਲ ਕੀ ਆ ਗਿਆ? ਗੋਰਾ। ਹੁਣ ਚੌਥਾ ਹੈ ਸਾਡੇ ਕੋਲ ਵਾਚਕ ਸ਼ਬਦ। ਜਿਸ ਸ਼ਬਦ ਤੋਂ ਤੁਲਨਾ ਦਾ ਪਤਾ ਲੱਗੇ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਵਾਚਕ ਸ਼ਬਦ। ਹੁਣ ਕਿਹੜੇ ਸ਼ਬਦ ਤੋਂ ਸਾਨੂੰ ਆਪਸ ਵਿੱਚ ਉਹਨਾਂ ਦੀ
ਤੁਲਨਾ ਦਾ ਪਤਾ ਲੱਗ ਰਿਹਾ ਤਾਂ ਉਹ ਬੜੇ ਹੀ ਸਪਸ਼ਟ ਰੂਪ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਕਿਹੜਾ ਸ਼ਬਦ ਹੈ ਵਰਗਾ। ਵਰਗੇ ਸ਼ਬਦ ਤੋਂ ਸਾਨੂੰ ਜਿਹੜੀ ਉਹਨਾਂ ਦੀ ਆਪਸ ਵਿੱਚ ਤੁਲਨਾ ਦਾ ਪਤਾ ਲੱਗਦਾ ਹੈ। ਚਾਂਦੀ ਵਰਗਾ ਰੰਗ, ਉਪਮੇय ਅਤੇ ਉਪਮਾਨ ਦੀ ਜਿਹੜੀ ਆਪਸ ਵਿੱਚ ਤੁਲਨਾ ਉਹ ਵਾਚਕ ਸ਼ਬਦ ਵਰਗੇ ਰਾਹੀਂ ਹੁੰਦੀ ਹੈ। ਤਾਂ ਇਹ ਪਹਿਲੀ ਉਦਾਹਰਨ ਦੇ ਵਿੱਚ ਆਪਾਂ ਇਹ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਉਪਮਾ ਅਲੰਕਾਰ ਦੇ 4 ਤੱਤ ਹੁੰਦੇ ਹਨ: ਉਪਮੇय, ਉਪਮਾਨ, ਸਾਂਝਾ ਗੁਣ ਅਤੇ ਵਾਚਕ ਸ਼ਬਦ, ਜਿਨ੍ਹਾਂ ਦੇ ਰਾਹੀਂ ਇੱਕ ਵਸਤੂ ਦੀ ਤੁਲਨਾ ਕਿਸੇ ਦੂਸਰੀ ਨਾਲ ਉਹਨਾਂ ਦੇ ਸਾਂਝੇ ਗੁਣ ਦੇ ਆਧਾਰ ਦੇ ਉੱਤੇ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਅੱਗੇ ਮੈਂ ਤੁਹਾਨੂੰ ਦੂਸਰੀ ਉਦਾਹਰਨ ਵੀ ਇਹਨਾਂ ਰਲਦੀ ਮਿਲਦੀ ਆ, ਸੋਨੇ ਵਰਗੇ ਵਾਲ ਸੁਨਹਿਰੀ। ਇਹਦੇ ਵਿੱਚ ਵੀ ਪਹਿਲਾਂ ਮੈਂ ਤੁਹਾਨੂੰ ਸਮਝਾ ਵੀ ਦਿੱਤਾ ਹੈ ਕਿ ਉਪਮੇय ਪਹਿਲੇ ਦੇ ਵਿੱਚ ਕੀ ਸੀਗਾ, ਰੰਗ ਸੀਗਾ, ਤਾਂ ਦੂਜੇ ਦੇ ਵਿੱਚ ਕੀ ਉਪਮੇय ਆ ਗਿਆ, ਵਾਲ। ਇਹਦੇ ਵਿੱਚ ਹੁਣ ਵਾਲਾਂ ਦੀ ਤੁਲਨਾ ਕਿਹਦੇ ਨਾਲ ਕੀਤੀ ਜਾ ਰਹੀ ਆ, ਸੋਨੇ ਨਾਲ ਕੀਤੀ ਜਾ ਰਹੀ ਆ। ਹੁਣ ਵਾਲਾਂ ਤੇ ਸੋਨੇ ਵਿੱਚ ਸਾਂਝਾ ਗੁਣ ਕੀ ਹੈ, ਸੁਨਹਿਰੀ, ਚਮਕ ਹੈ। ਸੁਨਹਿਰੀ ਆਪਾਂ ਕਹਿੰਦੇ ਨਾ ਉਹਦੇ ਵਾਲ ਤਾਂ ਸੁਨਹਿਰੀ ਆ, ਸੁਨਹਿਰੀ ਭਾਵ ਸੋਨੇ ਵਰਗੇ ਆ, ਸੋਨੇ ਵਰਗੇ ਸੁਨਹਿਰੀ ਹੋਣਾ। ਤਾਂ ਉਹਨਾਂ ਵਿੱਚ ਸਾਂਝਾ ਗੁਣ ਕੀ ਆ, ਉਹਨਾਂ ਦਾ ਆਪਸ ਵਿੱਚ ਸੁਨਹਿਰੀ। ਤਾਂ ਵਾਚਕ ਸ਼ਬਦ ਕੀ ਹੋ ਗਿਆ ਇੱਥੇ, ਵਰਗੇ। ਵਰਗੇ ਵਾਚਕ ਸ਼ਬਦ ਰਾਹੀਂ ਉਪਮੇय ਅਤੇ ਉਪਮਾਨ ਵਿੱਚ ਆਪਸ ਵਿੱਚ ਜਿਹੜੀ ਆ ਉਹ ਸਾਂਝ ਦਰਸਾਈ ਜਾ ਰਹੀ ਆ। ਉਹਨਾਂ ਦੇ ਵਿੱਚ ਆਪਸ ਵਿੱਚ ਇੱਕ ਤੁਲਨਾ ਪੈਦਾ ਕੀਤੀ ਜਾ ਰਹੀ ਆ, ਜਿਹੜਾ ਕਿ ਉਪਮਾ ਅਲੰਕਾਰ ਦਾ ਇੱਕ ਜ਼ਰੂਰੀ ਸ਼ਰਤ ਹੈ। ਤਾਂ ਮੇਰਾ ਖਿਆਲ ਆ ਬੱਚਿਓ ਤੁਹਾਨੂੰ ਚੰਗੀ ਤਰ੍ਹਾਂ ਇਸ ਗੱਲ ਦੀ ਸਮਝ ਲੱਗ ਗਈ ਹੋਵੇਗੀ ਕਿ ਉਪਮਾ ਅਲੰਕਾਰ ਕਿਸ ਨੂੰ ਕਹਿੰਦੇ ਹਨ। ਹੁਣ ਉਪਮਾ ਅਲੰਕਾਰ ਦੀ ਸਿਰਜਣਾ ਕਵੀ ਕਿਉਂ ਕਰਦਾ ਹੈ ਜਾਂ ਉਪਮਾ ਅਲੰਕਾਰ ਦੀ ਵਰਤੋਂ ਕਵੀ ਕਿਉਂ ਕਰਦਾ ਹੈ? ਕਿਉਂਕਿ ਉਪਮਾ ਅਲੰਕਾਰ ਦੇ ਰਾਹੀਂ ਕਵੀ ਆਪਣੀ ਕਵਿਤਾ ਦੇ ਵਿੱਚ ਕਿਸੇ ਵਿਸ਼ੇਸ਼ ਵਸਤੂ ਜਾਂ ਕਿਸੇ ਵਿਸ਼ੇਸ਼ ਘਟਨਾ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਤਰਜੀਹ ਦੇ ਕੇ ਉਸ ਦੀ ਮਹੱਤਤਾ ਦਰਸਾਉਣੀ ਚਾਹੁੰਦਾ ਹੈ, ਤਾਂ ਕਿ ਉਸ ਦਾ ਪਾਠਕਾਂ ਦੇ ਉੱਤੇ ਵਧੇਰੇ ਚਮਤਕਾਰੀ ਅਤੇ ਪ੍ਰਭਾਵਸ਼ਾਲੀ ਪ੍ਰਭਾਵ ਪਵੇ। ਅੱਗੇ ਆਪਾਂ ਇਸ ਦੀਆਂ 2 ਉਦਾਹਰਨਾਂ ਹੋਰ ਦੇਖਦੇ ਹਾਂ। ਪਹਿਲੀ ਉਦਾਹਰਨ ਹੈ, ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ। ਹੁਣ ਆਪਾਂ ਇਹਦੇ ਵਿੱਚ ਵੀ ਦੇਖ ਸਕਦੇ ਹਾਂ, ਇਹਦੇ ਵਿੱਚ ਵੀ ਆਪਾਂ ਫਿਰ ਉਹ ਉਪਮੇय, ਉਪਮਾਨ, ਵਾਚਕ ਸ਼ਬਦ ਅਤੇ ਸਾਂਝਾ ਗੁਣ ਜਿਹੜੇ 4 ਤੱਤ ਨੇ ਉਪਮਾ ਦੇ, ਉਹਨਾਂ ਨੂੰ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਇੱਥੇ ਕਵੀ ਕਿਸੇ ਦੇ ਆਉਣ ਦੇ ਉੱਤੇ, ਕਿਸੇ ਆਪਣੇ ਪਿਆਰੇ ਦੇ ਆਉਣ ਦੇ ਉੱਤੇ ਇੱਕ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ। ਤਾਂ ਉਹ ਖੁਸ਼ੀ ਦੇ ਪ੍ਰਗਟਾਵੇ ਦੇ ਵਿੱਚ ਕਿਹਾ ਕਿ ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ। ਉਹਦੇ ਘਰ ਵਿੱਚ ਕੋਈ ਅਜਿਹਾ ਸ਼ਖਸ ਆਇਆ ਹੈ ਜਿਸ ਨੂੰ ਚੰਨ ਅਤੇ ਸੂਰਜ ਵੀ ਜਿਹੜੇ ਆ ਉਹ ਨੇੜੇ ਹੋ ਕੇ ਉਸ ਦੀ ਸੁੰਦਰਤਾ ਨੂੰ ਤੱਕ ਰਹੇ ਹਨ। ਅੱਗੇ ਆ ਗਿਆ ਲੱਸੇ। ਲੱਸੇ ਦਾ ਮਤਲਬ ਹੁੰਦਾ ਚਮਕਣਾ। ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ। ਹੁਣ ਤੀਸਰੀ ਲਾਈਨ ਦੇ ਵਿੱਚ ਜਿਹੜਾ ਸਾਡੇ ਕੋਲੇ ਉਪਮਾ ਅਲੰਕਾਰ ਦੇ ਜਿਹੜੇ 4 ਤੱਤ ਆ ਉਹ ਚਾਰੇ ਹੀ ਮੌਜੂਦ ਨੇ। ਤਾਂ ਆਪਾਂ ਦੇਖ ਸਕਦੇ ਹਾਂ, ਲੱਸੇ ਦਾ ਮਤਲਬ ਮੈਂ ਤੁਹਾਨੂੰ ਕਿਹਾ ਚਮਕਣਾ। ਚਮਕੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ। ਹੁਣ ਇੱਥੇ ਮੱਥੇ ਦੀ ਤੁਲਨਾ ਕੀਤੀ ਜਾ ਰਹੀ ਆ। ਕਿਹਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ? ਮੱਥੇ ਦੀ, ਤਾਰਿਆਂ ਨਾਲ। ਇੱਥੇ ਉਪਮੇय ਕੀ ਆ? ਮੱਥਾ। ਉਪਮਾਨ ਕੀ ਆ? ਤਾਰੇ। ਤਾਂ ਉਹਨਾਂ ਦੋਨਾਂ ਵਿੱਚ ਸਾਂਝਾ ਗੁਣ ਕੀ ਆ? ਲੱਸਣਾ। ਲੱਸਣਾ ਮਤਲਬ ਚਮਕਣਾ। ਚਮਕ ਰਿਹਾ, ਤਾਰਿਆਂ ਦੇ ਵਿੱਚ ਵੀ ਚਮਕ ਆਉਂਦੀ ਹੈ, ਅਤੇ ਉਹਦੇ ਮੱਥਾ ਉਹ ਇੰਨਾ ਖੂਬਸੂਰਤ ਆ ਕਿ ਉਹਦੇ ਮੱਥੇ ਦੇ ਉੱਤੇ ਵੀ ਉਹਦੀ ਜਿਹੜੀ ਖੂਬਸੂਰਤੀ ਦੀ ਜਿਹੜੀ ਚਮਕ ਆ ਉਹ ਝਲਕ ਰਹੀ ਆ, ਜਿਸ ਕਰਕੇ ਇਹਨਾਂ ਦੇ ਵਿੱਚ ਸਾਂਝਾ ਗੁਣ ਕੀ ਆ? ਲੱਸਣਾ, ਲੱਸੇ। ਤਾਂ ਉਹਨਾਂ ਦੇ ਵਿੱਚ ਜਿਹੜਾ ਇੱਕ ਵਾਚਕ ਸ਼ਬਦ ਆ ਜਿਹੜਾ ਉਹਨਾਂ ਦੀ ਤੁਲਨਾ ਨੂੰ ਪ੍ਰਗਟ ਕਰ ਰਿਹਾ ਉਹ ਕੀ ਆ? ਵਾਂਗੂ। ਵਾਂਗੂ। ਵਾਂਗੂ ਸ਼ਬਦ ਤੋਂ ਸਾਨੂੰ ਉਹਨਾਂ ਵਿਚਲੀ ਜਿਹੜੀ ਉਹ ਤੁਲਨਾ ਉਹ ਪ੍ਰਗਟ ਹੋ ਰਹੀ ਹੈ। ਇਸ ਕਰਕੇ ਇਸ ਤੀਸਰੀ ਲਾਈਨ ਦੇ ਵਿੱਚ ਕਵੀ ਨੇ ਜਿਹੜੀ ਇੱਕ ਉਪਮਾ ਅਲੰਕਾਰ ਦੀ ਜਿਹੜੀ ਉਦਾਹਰਨ ਨੂੰ ਬੜੇ ਹੀ ਖੂਬਸੂਰਤ ਰੂਪ ਵਿੱਚ ਪੇਸ਼ ਕਰਕੇ
ਇੱਕ ਨਾਇਕ ਦੇ ਆਉਣ ਦੀ ਜਿਹੜੀ ਆਮਦ ਆ ਉਸ ਨੂੰ ਬੜੇ ਹੀ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਕੀਤਾ। ਅਗਲੀ ਉਦਾਹਰਨ ਦੇ ਵਿੱਚ ਵੀ ਅਸੀਂ ਦੇਖ ਲੈਂਦੇ ਹਾਂ, ਸੋਹਣਾ ਦੇਸਾਂ ਅੰਦਰ ਦੇਸ਼ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ। ਮਾफ़ ਕਰਨਾ ਕਿ ਇੱਥੇ ਮੈਂ ਸਈਓ ਲਿਖਣਾ ਸੀ, ਸਹਿਯੋਗ ਮੈਥੋਂ ਗਲਤੀ ਨਾਲ ਟਾਈਪ ਹੋ ਗਿਆ। ਤਾਂ ਤੁਸੀਂ ਇਹ ਬਹੁਤ ਵਾਰੀ ਇਹ ਜਿਹੜੀ ਕਵਿਤਾ ਤਾਂ ਸੁਣੀ ਹੋਵੇਗੀ, ਪਰ ਕਿਸੇ ਨੇ ਇਹ ਸੋਚਿਆ ਨਹੀਂ ਹੋਣਾ ਕਿ ਇਸ ਵਿੱਚ ਕਿਹੜਾ ਅਲੰਕਾਰ ਹੈ। ਜਦੋਂ ਹੁਣ ਤੁਸੀਂ ਕੋਈ ਵੀ ਕਵਿਤਾ ਸੁਣਿਆ ਕਰੋਗੇ, ਪੜ੍ਹਿਆ ਕਰੋਗੇ, ਤਾਂ ਤੁਸੀਂ ਉਸ ਵਿੱਚੋਂ ਜ਼ਰੂਰ ਕੋਈ ਨਾ ਕੋਈ ਅਲੰਕਾਰ ਲੱਭਣ ਦੀ ਕੋਸ਼ਿਸ਼ ਕਰਿਆ ਕਰੋਗੇ, ਜਾਂ ਕੋਸ਼ਿਸ਼ ਜ਼ਰੂਰ ਕਰਨਾ, ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਅਲੰਕਾਰਾਂ ਬਾਰੇ ਹੋਰ ਜਿਹੜੀ ਤੁਹਾਡੀ ਸਮਝ ਆ ਉਹ ਪਰਪੱਕ ਹੋ ਸਕੇ। ਹੁਣ ਦੇਖੋ, ਜੇਕਰ ਆਪਾਂ ਇਸ ਕਵਿਤਾ ਦੀ ਗੱਲ ਕਰੀਏ ਕਿ ਇੱਥੇ ਕਵੀ ਇੱਕ ਦੇਸ਼ ਪੰਜਾਬ ਦੀ, ਜਿਹੜਾ ਸਾਡਾ ਪੰਜਾਬ ਦੇਸ਼ ਆ, ਉਸ ਦੀ ਤਾਰੀਫ ਕਰ ਰਿਹਾ ਕਿ ਸੋਹਣੇ ਦੇਸ਼ਾਂ ਦੇ ਅੰਦਰ ਦੇਸ਼ ਪੰਜਾਬ, ਕਿ ਜਿੰਨੇ ਵੀ ਸੋਹਣੇ ਦੇਸ਼ ਆ ਉਹਨਾਂ ਦੇ ਵਿੱਚੋਂ ਦੇਸ਼ ਪੰਜਾਬ ਬਹੁਤ ਹੀ ਸੋਹਣਾ। ਉਹ ਫਿਰ ਤੁਲਨਾ ਕਰ ਰਿਹਾ ਇੱਥੇ ਕਵੀ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ। ਹੁਣ ਇੱਥੇ ਫਿਰ ਕਾਹਦੀ ਤੁਲਨਾ ਕਰ ਰਿਹਾ ਇੱਥੇ ਹੁਣ ਕਵੀ? ਹੁਣ ਇੱਥੇ ਥੋੜ੍ਹਾ ਜਿਹਾ ਧਿਆਨ ਦੇਣ ਵਾਲੀ ਗੱਲ ਆ ਕਿ ਇੱਥੇ ਕਵੀ ਪੰਜਾਬ ਦੀ ਤੁਲਨਾ ਕਰ ਰਿਹਾ। ਪੰਜਾਬ ਦੀ ਤੁਲਨਾ ਕਾਹਦੇ ਨਾਲ ਕਰ ਰਿਹਾ? ਫੁੱਲ ਨਾਲ ਤੁਲਨਾ ਕਰ ਰਿਹਾ, ਗੁਲਾਬ ਦੇ ਫੁੱਲ ਨਾਲ ਤੁਲਨਾ ਕਰ ਰਿਹਾ। ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਈਓ, ਕਿ ਸਾਰਿਆਂ ਦੇਸ਼ਾਂ ਦੇ ਵਿੱਚੋਂ ਸਭ ਤੋਂ ਸੋਹਣਾ ਦੇਸ਼ ਸਾਡਾ ਪੰਜਾਬ ਦਾ, ਜਿਵੇਂ ਸਾਰਿਆਂ ਫੁੱਲਾਂ ਦੇ ਵਿੱਚੋਂ ਸੋਹਣਾ ਫੁੱਲ ਗੁਲਾਬ ਦਾ ਹੁੰਦਾ। ਹੁਣ ਇੱਥੇ ਉਪਮੇय ਕੀ ਆ? ਉਪਮੇय ਕੀ ਆ ਇੱਥੇ ਸਾਡੇ ਕੋਲੇ? ਪੰਜਾਬ। ਉਪਮਾਨ ਕੀ ਆ ਸਾਡੇ ਕੋਲੇ? ਫੁੱਲ। ਪੰਜਾਬ ਦੀ ਤੁਲਨਾ ਕੀ ਨਾਲ ਕੀਤੀ ਜਾ ਰਹੀ ਆ? ਫੁੱਲ ਨਾਲ ਤੁਲਨਾ ਕੀਤੀ ਜਾ ਰਹੀ ਆ। ਤਾਂ ਉਹਨਾਂ ਵਿੱਚ ਸਾਂਝਾ ਗੁਣ ਕੀ ਆ? ਸਾਂਝਾ ਗੁਣ ਕੀ ਆ ਉਹਨਾਂ ਵਿੱਚ? ਸੋਹਣਾ। ਫੁੱਲ ਗੁਲਾਬ ਦਾ ਬਹੁਤ ਸੋਹਣਾ ਹੁੰਦਾ, ਉਵੇਂ ਹੀ ਸਾਡਾ ਪੰਜਾਬ ਜਿਹੜਾ ਬਹੁਤ ਹੀ ਸੋਹਣਾ ਹੈ। ਇਸ ਕਰਕੇ ਉਹਨਾਂ 'ਚ ਸਾਂਝਾ ਗੁਣ ਜੋ ਹੋ ਗਿਆ ਉਹ ਕੀ ਹੋ ਗਿਆ ਸਾਡੇ ਕੋਲੇ? ਸੋਹਣਾ। ਤੇ ਵਾਚਕ ਸ਼ਬਦ ਕਿਹੜਾ ਹੋ ਗਿਆ ਜਿਹਦੇ ਰਾਹੀਂ ਉਹਨਾਂ ਉਪਮੇय ਤੇ ਉਪਮਾਨ ਦੀ ਤੁਲਨਾ ਦਾ ਸਾਨੂੰ ਪਤਾ ਲੱਗਦਾ? ਜਿਵੇਂ। ਜਿਵੇਂ ਵਾਚਕ ਸ਼ਬਦ ਤੋਂ ਉਹਨਾਂ ਦੋਨਾਂ ਵਿਚਲੀ ਜਿਹੜੀ ਤੁਲਨਾ ਦਾ ਪਤਾ ਲੱਗਦਾ ਹੈ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਇਹ ਸੀ ਸਾਡੇ ਕੋਲੇ ਉਪਮਾ ਅਲੰਕਾਰ, ਜਿਹੜਾ ਕਿ ਇੱਕ ਅਰਥ ਅਲੰਕਾਰ ਸੀ। ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰਿਆਂ ਨੇ ਇਸ ਨੂੰ ਚੰਗੀ ਤਰ੍ਹਾਂ ਸੁਣਿਆ ਹੋਵੇਗਾ ਤੇ ਤੁਹਾਡੇ ਸਮਝ ਵਿੱਚ ਵੀ ਆ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਇਸ ਨੂੰ ਦੁਬਾਰਾ ਤੋਂ ਦੇਖ ਸਕਦੇ ਹੋ, ਤਾਂ ਕਿ ਜਿਹੜੇ ਤੁਹਾਡੇ ਸੰਕਲਪ ਚੰਗੀ ਤਰ੍ਹਾਂ ਸਮਝ ਵਿੱਚ ਜਾਂ ਪਕੜ ਵਿੱਚ ਨਹੀਂ ਆਏ, ਉਹ ਦੁਬਾਰਾ ਦੇਖ ਕੇ ਸਮਝ ਕੇ ਤੁਸੀਂ ਫਿਰ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੋ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਹੁਣ ਤੱਕ ਆਪਾਂ 2 ਅਲੰਕਾਰ ਕਰ ਚੁੱਕੇ ਹਾਂ, ਅਨੁਪਰਾਸ ਅਲੰਕਾਰ ਅਤੇ ਉਪਮਾ ਅਲੰਕਾਰ। ਇਹ 2 ਅਲੰਕਾਰ ਹੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਆਰੇ ਵਿਦਿਆਰਥੀਓ, ਅੱਜ ਦੇ ਲੈਕਚਰ ਵਿੱਚ ਬਸ ਇੰਨਾ ਹੀ। ਅਗਲੇ ਅਲੰਕਾਰਾਂ ਬਾਰੇ ਆਪਾਂ ਅਗਲੇ ਪਾਰਟ ਵਿੱਚ ਗੱਲ ਕਰਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।